ਸਤਿ ਸ਼੍ਰੀ ਅਕਾਲ। ਮੈਂ ਸਵਰਨਬੀਰ ਸਿੰਘ ਆਪ ਸਾਰੇ ਜੀ ਦਾ 5K ਬ੍ਰਾਡਕਾਸਟਿੰਗ ਦੇ ਵਿੱਚ ਵੈਲਕਮ ਕਰਦਾ ਹਾਂ। ਔਰ ਅੱਜ ਜਿਸ ਮੁੱਦੇ ਤੇ ਅਸੀਂ ਤੁਹਾਡੇ ਨਾਲ ਜੁੜੇ ਹਾਂ ਉਹ ਮੁੱਦਾ ਬਹੁਤ ਗੰਭੀਰ ਹੈ, ਬਹੁਤ ਅਫਸੋਸਜਨਕ ਹੈ ਕਿ ਦੇਸ਼ ਦੇ ਕਿਸਾਨਾਂ ਨਾਲ, ਉਹਨਾਂ ਕਿਸਾਨਾਂ ਨਾਲ ਜਿਹੜੇ ਕਿ ਨਾ ਕਿ ਸਿਰਫ ਆਪਣੇ ਮੁਲਕ ਦੀ ਬਲਕਿ ਜਿੱਥੇ ਜਿੱਥੇ ਵੀ ਉਹ ਆਪਣੀ ਲਹੂ ਨਾਲ ਕੀਤੀ ਹੋਈ ਮਿਹਨਤ ਦੀ ਰੋਟੀ ਉਹ ਪਹੁੰਚਾ ਸਕਦੇ ਨੇ, ਉਹ ਫਸਲ ਉਹ ਪਹੁੰਚਾ ਸਕਦੇ ਨੇ, ਉੱਥੇ ਤੱਕ ਪਹੁੰਚਾ ਰਹੇ ਨੇ ਤੇ ਅੱਜ ਉਹਨਾਂ ਨਾਲ ਹੀ ਧੱਕਾ ਹੋ ਰਿਹਾ ਵੇ, ਉਹਨਾਂ ਨੂੰ ਹੀ ਹਾਸ਼ੀਏ ਦੇ ਅੰਦਰ ਖੜਾ ਕੀਤਾ ਜਾ ਰਿਹਾ ਵੇ, ਉਹਨਾਂ ਨੂੰ ਉਹਨਾਂ ਦੇ ਹੱਕ ਹੀ ਨਹੀਂ ਦਿੱਤੇ ਜਾ ਰਹੇ। ਇਹ ਜਿਹੜੇ ਆਰਡੀਨੈਂਸ ਬੀਜੇਪੀ ਨੇ ਕੱਢੇ ਆ ਕਿਸਾਨਾਂ ਦੇ ਖਿਲਾਫ, ਇਹ ਕੀ ਨੇ, ਕਿਸਾਨਾਂ ਦਾ ਇਹਨਾਂ ਉੱਤੇ ਕੀ ਪ੍ਰਭਾਵ ਪੈ ਰਿਹਾ ਵੇ, ਆਮ ਜ਼ਿੰਦਗੀ ਦੇ ਆਮ ਲੋਕਾਂ ਤੇ ਉਹਨਾਂ ਦਾ ਕੀ ਪ੍ਰਭਾਵ ਪੈ ਰਿਹਾ ਵੇ, ਤੇ ਕਿਉਂ ਜਿਹੜੇ ਸਾਡੀ ਕਮਿਊਨਿਟੀ ਦੀ, ਜਿਹਨੂੰ ਅਸੀਂ ਸੁਚੱਜੀ ਜਿਹੜੀ ਕਮਿਊਨਿਟੀ ਹੈ ਸਾਡੀ, ਉਹਦੇ ਜਿਹੜੇ ਸਾਡੇ ਸਿਰ ਕੱਢ ਨਾਇਕ ਨੇ, ਮੈਂ ਨਾਮ ਲੈਣਾ ਵਾ ਦਲੇਰ ਮਹਿੰਦੀ, ਹੰਸਰਾਜ ਹੰਸ ਤੇ ਹੋਰ ਵੀ ਜਿਹੜੇ ਸਾਡੇ ਲੀਡਰ ਨੇ, ਉਹ ਇਹਨਾਂ ਦਾ ਸਪੋਰਟ ਕਰ ਰਹੇ ਨੇ, ਆਪਣੇ ਲੀਡਰਾਂ ਦਾ, ਨਾ ਕਿ ਕਿਸਾਨਾਂ ਦਾ। ਇਸ ਸਾਰੇ ਮਸਲੇ ਤੇ ਗੱਲ ਕਰਾਂਗੇ। ਸਾਡੇ ਨਾਲ ਸਪੈਸ਼ਲਿਸਟ ਨੇ ਇਸ ਸਾਰੇ ਮਸਲੇ ਤੇ ਰਾਣਾ ਪਰਮਜੋਤ ਸਿੰਘ ਜੀ ਕੈਨੇਡਾ ਤੋਂ। ਰਾਣਾ ਪਰਮਜੋਤ ਜੀ ਇਸ ਮਸਲੇ ਦੇ ਉੱਤੇ ਇੱਕ ਆਪਣੀ ਗੂੜੀ ਪਕੜ ਰੱਖਦੇ ਨੇ ਔਰ ਬੈਕਗ੍ਰਾਉਂਡ ਵੀ ਉਹਨਾਂ ਦਾ ਇੱਥੋਂ ਦਾ ਹੀ ਹੈ ਔਰ ਆਪਣੇ ਪ੍ਰੋਗਰਾਮਾਂ ਰਾਹੀਂ ਤੁਸੀਂ ਉਹਨਾਂ ਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ, ਕਿਸੇ ਵੀ ਤਾਰੀਫ ਦਿਓ ਮੁਹਤਾਜ ਨਹੀਂ ਹੈਗੇ। तो ਅਸੀਂ ਡਾਇਰੈਕਟਲੀ ਉਹਨਾਂ ਸਮਾਂ ਨਾ ਵੇਸਟ ਕਰਦੇ, ਅਸੀਂ ਚਲਦੇ ਹਾਂ ਰਾਣਾ ਜੀ ਕੋਲ। ਰਾਣਾ ਜੀ, ਤੁਹਾਡਾ ਅਸੀਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਵਰਨਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਮੈਨੂੰ ਆਪਣੇ ਇਸ ਵਿਸ਼ੇ ਦੇ ਉੱਤੇ ਆਪਣੇ ਪ੍ਰੋਗਰਾਮ ਚ ਲੈਣ ਵਾਸਤੇ ਜੀ ਵੀਰ ਜੀ, ਅਸੀਂ ਸਮਾਂ ਜ਼ਿਆਦਾ ਨਾ ਲੈਂਦੇ ਕਿਉਂਕਿ ਤੁਹਾਡੇ ਕੋਲ ਵੀ ਸਾਨੂੰ ਬੜੀ ਮੁਸ਼ਕਿਲ ਨਾਲ ਸਮਾਂ ਮਿਲਿਆ, ਬਹੁਤ ਬਿਜ਼ੀ ਲਾਈਫ ਹੈ ਤੁਹਾਡੀ। ਸਭ ਤੋਂ ਪਹਿਲਾਂ ਤੁਸੀਂ ਸ਼ਾਰਟ ਵਰਡਸ ਦੇ ਵਿੱਚ ਅਗਰ ਸਾਡੇ ਸਾਰੇ ਵਿਊਅਰਸ ਨੂੰ, ਜਿਹੜੇ ਤੁਹਾਡੇ ਵੀ ਵਿਊਅਰਸ ਅੱਜ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਅਗਰ ਤੁਸੀਂ ਦੱਸਣਾ ਚਾਹੋ ਕਿ ਇਹ ਜਿਹੜਾ ਆਰਡੀਨੈਂਸ ਹੈ ਕੀ ਇਹ ਕਿੰਨਾ ਕੁ ਖਤਰਨਾਕ ਹੈ ਔਰ ਇਹ ਕਿਉਂ ਲਿਆਂਦਾ ਗਿਆ ਹੈ। ਇਹ ਮਤਲਬ ਤਿੰਨ ਅਲੱਗ-ਅਲੱਗ ਨੇ ਜੀ ਆਰਡੀਨੈਂਸਸ। ਇਹ ਹੁਣ ਚਲੋ ਕਾਨੂੰਨ ਬਣ ਚੁੱਕੇ ਨੇ ਜੀ, ਤੇ ਬੇਸਿਕਲੀ ਇਹ ਅਮੈਂਡਮੈਂਟ ਹੈਗੀਆਂ ਨੇ ਜੀ। ਇਹਦੇ ਵਿੱਚ ਆਲਰੇਡੀ ਕਾਨੂੰਨ ਐਗਜ਼ਿਸਟ ਕਰਦੇ ਹੈਗੇ ਨੇ। ਜਿਹੜਾ ਖਾਸ ਕਰਕੇ ਤੁਹਾਡਾ ਆਪਣੇ ਐਸੈਂਸ਼ੀਅਲ ਕਮੋਡਿਟੀ ਐਕਟ ਆ, ਇਹ 1955 ਚ ਇਹਨੂੰ ਇਨੈਕਟ ਕੀਤਾ ਗਿਆ ਸੀ ਜੀ, 1955 ਚ। ਇਹਦੇ ਵਿੱਚ ਇੱਕ ਬੜੀ ਵੱਡੀ ਅਮੈਂਡਮੈਂਟ ਕੀਤੀ ਹੈ ਜੀ ਇਹਨਾਂ ਨੇ, ਤੇ ਉਸ ਅਮੈਂਡਮੈਂਟ ਨੂੰ ਥਰੂ ਆਰਡੀਨੈਂਸ ਇਹ ਲੈ ਕੇ ਆਏ ਨੇ। ਇਹ ਤਿੰਨਾਂ ਨੂੰ ਜੀ, ਜਿਹੜੇ ਇਹ ਤਿੰਨ ਕਾਨੂੰਨ ਨੇ ਅਲੱਗ-ਅਲੱਗ, ਜਿਹੜੇ ਬਿੱਲ ਕਹਿ ਲਈਏ ਆਪਾਂ, ਕਾਨੂੰਨ ਬਣਦਾ ਜਦੋਂ ਬਿੱਲ ਰੱਖਿਆ ਜਾਂਦਾ ਆ ਲੋਕ ਸਭਾ ਦੇ ਵਿੱਚ, ਜੀ ਜੀ, ਡਿਸਕਸ਼ਨ ਡਿਬੇਟ ਹੁੰਦੀ ਆ। ਅਗਰ ਉੱਥੋਂ ਮੈਜੋਰਟੀ ਨਾਲ ਪਾਸ ਹੋ ਗਿਆ ਤੇ ਫਿਰ ਰਾਜ ਸਭਾ ਦੇ ਵਿੱਚ, ਅਗਰ ਉੱਥੋਂ ਵੀ ਉਹਨੂੰ ਮੈਜੋਰਟੀ ਨਾਲ ਸਪੋਰਟ ਮਿਲ ਗਈ ਐਮਪੀਜ਼ ਦੀ, ਤੇ ਫਿਰ ਉਹ ਬਿੱਲ ਆਪਣੇ ਐਕਟ ਬਣ ਜਾਂਦਾ ਜੀ। ਤੇ ਹੁਣ ਇਹ ਐਕਟ ਬਣ ਚੁੱਕੇ ਹੋਏ ਨੇ, ਤੇ ਬੜੀ ਗੁੰਡਾਗਰਦੀ ਕੀਤੀ ਜੀ ਬੀਜੇਪੀ ਨੇ ਇਹਨਾਂ ਨੂੰ, ਕਾਨੂੰਨਾਂ ਨੂੰ, ਇਹਨਾਂ ਨੂੰ, ਬਿੱਲਾਂ ਨੂੰ ਐਕਟ ਦੇ ਵਿੱਚ ਤਬਦੀਲ ਕਰਨ ਵਾਸਤੇ ਜੀ। ਤੇ ਇਹਦੇ ਚ ਆਪਾਂ ਜਿਹੜੇ ਤਿੰਨ ਹੈਗੇ ਨੇ ਜੀ, ਇਹ ਜਿਹੜੇ ਐਕਟ ਬਣ ਚੁੱਕੇ ਨੇ, ਉਹਦੇ ਵਿੱਚ ਦੋ ਕਿਸਾਨੀ ਨਾਲ ਰਿਲੇਟਡ ਨੇ ਜੀ। ਜੀ, ਇੱਕ ਹੈਗਾ ਆਮ ਲੋਕਾਂ ਦੇ ਨਾਲ ਸੰਬੰਧਿਤ ਆ, ਉਹਦਾ ਕਿਸਾਨੀ ਦੇ ਨਾਲ ਬਹੁਤ ਘੱਟ ਲੈਣ ਦੇਣੇ ਆ। ਇੱਕ ਆਮ ਜਿਹੜੀ ਜਨਰਲ ਪਬਲਿਕ ਹੈ ਨਾ ਸਾਰੇ ਇੰਡੀਆ ਦੀ, ਉਹਦੇ ਨਾਲ ਜ਼ਿਆਦਾ ਜੁੜਿਆ ਹੋਇਆ ਜੀ, ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਆ। ਤੇ ਮੈਨੂੰ ਹੈਰਾਨੀ ਹੁੰਦੀ ਆ ਕਿਉਂਕਿ ਇਹ ਸਿਰਫ ਕਿਸਾਨਾਂ ਵਾਲੇ ਦੋ ਜਿਹੜੇ ਮੁੱਦੇ ਨੇ ਜਾਂ ਦੋ ਐਕਟ ਨੇ ਇਹ ਵਾਲੇ, ਉਹੀ ਹਾਈਲਾਈਟ ਹੋਏ ਨੇ ਜੀ ਪਬਲਿਕ ਡੋਮੇਨ ਦੇ ਵਿੱਚ। ਔਰ ਕਿਸਾਨ ਵੀ ਦੇਖੋ, ਨਾਰਥ ਇੰਡੀਆ ਦੇ ਆਪਾਂ ਪੰਜਾਬ ਲਾ ਲਈਏ, ਹਰਿਆਣਾ, ਥੋੜਾ ਬਹੁਤ ਵੈਸਟਰਨ ਜਿਹੜਾ ਯੂਪੀ ਹੈਗਾ ਜੀ, ਤੇ ਬਾਕੀ ਸੂਬਿਆਂ ਨੂੰ ਬੜਾ ਇਹ ਕਿਸਾਨੀ ਬਿੱਲ ਦਾ ਫਰਕ ਨਹੀਂ ਪੈਂਦਾ, ਕਿਉਂਕਿ ਮੰਡੀਕਰਨ ਦੇ ਉੱਤੇ ਬਹੁਤ ਵੱਡੀ ਇਹਦੇ ਨਾਲ ਮੰਡੀ ਵਾਲਾ ਸਿਸਟਮ ਆ ਜਿਹੜੇ ਵੀ ਸੂਬਿਆਂ ਦੇ ਵਿੱਚ। ਪੰਜਾਬ ਹਰਿਆਣੇ ਚ ਮੰਡੀ ਸਿਸਟਮ ਬਹੁਤ ਵਧੀਆ ਹੈਗਾ ਜੀ, ਜਿੱਥੇ ਫਸਲਾਂ ਦੀ ਖਰੀਦੋ ਫਰੋਖਤ ਹੋਣੀ ਹੈ ਜੀ। ਹਾਂਜੀ, ਤੇ ਹੁਣ ਆਪਾਂ ਇਹ ਲੰਮੇ ਚੌੜੇ ਨਾਂ ਜੀ ਇਹਨਾਂ ਦੇ ਤਿੰਨਾਂ ਦੇ ਬਿੱਲਾਂ ਦੇ, ਤੇ ਆਪਾਂ ਗੱਲਬਾਤ ਸ਼ੁਰੂ ਕਰ ਲਈਏ। ਜਿਹੜਾ ਇੱਕ ਜਾਨੀ ਮੈਂ ਇੱਕ ਦੇਸੀ ਭਾਸ਼ਾ ਚ ਲੇਮੈਨ ਟਰਮ ਦੇ ਵਿੱਚ ਅਗਰ ਸਮਝਾਵਾਂ ਤਾਂ, ਇੱਕ ਤਾਂ ਹੈਗਾ ਵੀ ਜਿਹੜਾ ਤੁਸੀਂ ਮੰਡੀਆਂ ਤੋਂ ਬਿਨਾਂ ਜਿਹੜਾ ਹੈਗਾ, ਉੱਥੇ ਵੀ ਕੋਈ ਵੀ ਬੰਦਾ, ਕੋਈ ਵੀ ਵਪਾਰੀ, ਕੋਈ ਵੀ ਟਰੇਡਰ ਮੰਡੀ ਤੋਂ ਬਿਨਾਂ ਵੀ ਇਹ ਫਸਲ ਖਰੀਦ ਸਕਦਾ ਆ। ਹੁਣ ਤੱਕ ਕਾਨੂੰਨ ਕੀ ਕਹਿੰਦਾ, ਤੁਸੀਂ ਮੰਡੀ 'ਚ ਜਾ ਕੇ ਹੀ ਜਿਹੜੀਆਂ ਜਿਨਸਾਂ ਨੇ ਕਿਸਾਨ ਦੀ ਫਸਲ ਆ, ਕਣਕ, ਝੋਨਾ, ਮੰਡੀ ਦੇ ਵਿੱਚ ਹੀ ਵਿਕ ਸਕਦਾ ਜੀ, ਬਾਹਰ ਨਹੀਂ ਵਿਕ ਸਕਦਾ। ਹੁਣ ਇਹਨਾਂ ਨੇ ਕੀ ਕਰਤਾ, ਕੋਈ ਵੀ ਬੰਦਾ ਇਹਨੂੰ ਖਰੀਦ ਸਕਦਾ ਜੀ ਫਸਲਾਂ ਨੂੰ। ਇਹਦਾ ਹੈ ਜੀ ਐਕਟ ਦਾ ਨਾਮ, ਮੈਂ ਅਗਰ ਦੇਖਾਂ ਤਾਂ ਦ ਫਾਰਮਰ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਪ੍ਰਮੋਸ਼ਨ ਐਂਡ ਫੈਸਿਲਿਟੇਸ਼ਨ ਐਕਟ ਬਣ ਗਿਆ ਜੀ। ਪਹਿਲਾਂ ਮੈਂ ਆਰਡੀਨੈਂਸ ਪੜ੍ਹ ਰਿਹਾ ਕਿਉਂਕਿ ਪੁਰਾਣੀ ਖਬਰ ਹੈ ਇਹ। ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਪ੍ਰਮੋਸ਼ਨ ਐਂਡ ਫੈਸਿਲਿਟੇਸ਼ਨ ਐਕਟ। ਇਹਦੇ ਨਾਲ ਬੇਸਿਕਲੀ ਹੋਣਾ ਕੀ ਹੈ ਜੀ, ਹੁਣ ਦੇਖੋ ਜਿਹੜੀ ਫਸਲ ਵਾਇਆ ਮੰਡੀ ਵਿਕਦੀ ਹੈ ਜੀ, ਰਾਈਟ। ਹੁਣ ਕਣਕ ਦਾ ਭਾਅ ਲਗਭਗ, ਮੈਂ ਐਗਜ਼ਾਮਪਲ ਦੇ ਤੌਰ ਤੇ ਲੈ ਰਿਹਾ, ਜਿਹੜੀ ਕਣਕ ਦਾ ਜਿਹੜੀ ਵਿਕੀ ਹੈ ਨਾ ਆਪਣੇ ਅਪ੍ਰੈਲ ਦੇ ਵਿੱਚ, ਆ ਜਿਹੜਾ ਲੰਘ ਕੇ ਗਿਆ ਜੀ, 1850 ਦੇ ਕਰੀਬ ਸਰਕਾਰੀ ਭਾਅ ਆ ਜੀ, ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਕੇਂਦਰ ਸਰਕਾਰ ਤੈਅ ਕਰਦੀ ਆ।
ਤੇ Right. 1800 ਅਗਰ 50 ਰੁਪਏ ਇਹਦਾ ਭਾਅ ਆ ਨਾ, ਤੇ ਜਿਹੜੀ ਜਦੋਂ ਮੰਡੀ ਦੇ ਵਿੱਚ ਜਾ ਕੇ ਵਿਕਣੀ ਆ ਫਸਲ, ਉਹਦੇ ਉੱਤੇ ਖਰੀਦਣ ਵਾਲੇ ਨੇ, ਭਾਵੇਂ ਉਹ ਸਰਕਾਰੀ ਏਜੰਸੀ ਆ, ਭਾਵੇਂ ਉਹ ਪ੍ਰਾਈਵੇਟ ਜਿਹੜੇ ਵਪਾਰੀ ਨੇ ਉਹ ਖਰੀਦਦੇ ਨੇ ਥਰੂ Right. ਮੰਡੀ, ਉਹਨਾਂ ਨੂੰ ਫਸਲ ਦੇ ਉੱਤੇ ਪੰਜਾਬ ਦੇ ਵਿੱਚ 8.5% ਟੈਕਸ ਦੇਣਾ ਪੈਂਦਾ ਜੀ। All right. 8.5%। ਹੁਣ ਤੁਸੀਂ 1850 ਦਾ 8.5% 8.5% ਲਾਈਏ ਤਾਂ ਰਫਲੀ ਇਹ 160 170 ਦੇ ਕਰੀਬ ਐਕਸਟਰਾ ਇੱਕ ਅਮਾਉਂਟ ਬਣਦੀ ਹੈ ਜੀ। ਜੀ। ਉਹ ਕਿਸਾਨ ਨੂੰ ਨਹੀਂ ਮਿਲਦੀ, ਟੈਕਸ ਆ ਉਹ ਹਮ, ਉਹ ਉਹਦੇ ਵਿੱਚੋਂ 3% ਜਾਂਦਾ ਹੈਗਾ ਮੰਡੀ ਬੋਰਡ ਨੂੰ ਜੀ। ਜੀ। ਮੈਨੂੰ ਹਰਿਆਣੇ ਦਾ ਨਹੀਂ ਪਤਾ ਹੈਗਾ, ਹਰਿਆਣੇ ਦੇ ਆਪਣੀ ਯਾਨੀ ਕਿ ਜਿਵੇਂ ਪੰਜਾਬ ਦਾ 8.5% ਆਈ ਐਮ ਨਾਟ ਸ਼ੋਰ ਅਬਾਊਟ ਵੀ ਹਰਿਆਣੇ ਵਿੱਚ ਕਿੰਨੇ ਪਰਸੈਂਟੇਜ ਹੈ ਜੀ। ਜੀ। ਯਾਨੀ ਇਹ ਜਿਹੜਾ 8.5% ਦਾ ਬ੍ਰੇਕਡਾਊਨ ਆ, 3% ਗਿਆ ਮੰਡੀ ਬੋਰਡ ਨੂੰ, ਦੂਸਰਾ 3% ਗਿਆ ਆਪਣੇ ਰੂਰਲ ਡਿਵੈਲਪਮੈਂਟ ਨੂੰ ਜੀ, ਪੰਜਾਬ ਰੂਰਲ ਡਿਵੈਲਪਮੈਂਟ ਨੂੰ ਜੀ। ਜੀ। ਉਹਦਾ ਮਤਲਬ ਜਿਹੜੀਆਂ ਪੰਜਾਬ ਦੇ ਵਿੱਚ ਸੜਕਾਂ ਨੇ, ਪੇਂਡੂ ਪੰਜਾਬ ਦੇ ਵਿੱਚ, ਜੀ। ਐਜ਼ ਕੰਪੇਅਰ ਟੂ ਰੈਸਟ ਆਫ ਇੰਡੀਆ, ਆਪਾਂ ਹਰਿਆਣੇ ਨੂੰ ਵੀ ਨਾਲ ਲਾ ਕੇ ਚੱਲੀਏ ਕਿਉਂਕਿ ਕਿਸੇ ਵੇਲੇ ਹਰਿਆਣਾ ਵੀ ਪੰਜਾਬ ਦਾ ਪਾਰਟ ਸੀ, ਜਿਹੜਾ ਰੋਡ ਨੈਟਵਰਕ ਆ ਨਾ ਪੇਂਡੂ ਪੰਜਾਬ ਦੇ ਵਿੱਚ, ਉਹ ਰੈਸਟ ਆਫ ਦਾ ਇੰਡੀਆ, ਯੂਪੀ ਲਾ ਲਓ, ਬਿਹਾਰ ਲਾ ਲਓ, ਮੱਧ ਪ੍ਰਦੇਸ਼, ਛੱਤੀਸਗੜ੍ਹ, ਇਹਨਾਂ ਨਾਲੋਂ ਕਿਤੇ ਜ਼ਿਆਦਾ ਬਿਹਤਰ ਆ, ਥੈਂਕਸ ਟੂ ਦਿਸ ਆ ਜਿਹੜਾ ਆਪਣੇ ਮੰਡੀ ਵਾਲਾ ਸਿਸਟਮ ਹੈ ਜੀ। ਜੀ। ਤੇ 2.5% ਜਾਂਦਾ ਹੈਗਾ ਜੀ। ਦੇਖੋ 3% ਮੰਡੀ ਬੋਰਡ ਨੂੰ ਗਿਆ, 3% ਰੂਰਲ ਡਿਵੈਲਪਮੈਂਟ, 2.5% ਜਾਂਦਾ ਆੜਤੀਏ ਨੂੰ ਜੀ। ਆੜਤੀਏ ਵਾਲੇ ਦੇ ਚਲੋ ਮੈਨੂੰ ਚੁੱਭ ਰਿਹਾ ਜੀ, 2.5% ਬਹੁਤ ਜ਼ਿਆਦਾ। ਅਗਰ 3% ਰੂਰਲ ਡਿਵੈਲਪਮੈਂਟ ਨੂੰ ਜਾ ਰਿਹਾ ਜਾਂ 3% ਮੰਡੀ ਬੋਰਡ ਨੂੰ ਜਾ ਰਿਹਾ, 2.5% ਆੜਤੀਏ ਦੀ ਰਕਮ ਮੈਨੂੰ ਇੱਥੇ ਜ਼ਿਆਦਾ ਲੱਗਦੀ ਹੈ, ਪਰ ਚਲੋ ਆਪਣਾ ਵਿਸ਼ਾ ਨਹੀਂਗਾ ਜੀ। ਹੁਣ ਕੀ ਹੋਣਾ ਹੈ ਜੀ, ਇਹਨਾਂ ਨੇ ਕੀ ਕੀਤਾ ਬਈ ਕੋਈ ਵੀ ਬੰਦਾ ਕਿਸਾਨ ਨਾਲ ਸਿੱਧੀ ਜਾ ਕੇ ਫਸਲ ਖਰੀਦ ਸਕਦਾ, ਉਹਦੇ ਕੋਲ ਸਿਰਫ ਪੈਨ ਨੰਬਰ ਚਾਹੀਦਾ ਜੀ, ਪੈਨ ਨੰਬਰ, ਪਰਮਾਨੈਂਟ ਅਕਾਊਂਟ ਨੰਬਰ ਜਾਂ ਸਮਥਿੰਗ ਇਹ ਜੀ ਕੋਈ, ਮੈਂ ਭੁੱਲ ਗਿਆ ਜੀ ਕਿਵੇਂ ਉਹਨੂੰ, ਉਹਦਾ ਫੁੱਲ ਫਾਰਮ ਕੀ ਹੈਗੀ ਹੈ ਜੀ। ਰਾਈਟ। ਪੈਨ ਨੰਬਰ ਹੈਗਾ, ਤੁਸੀਂ ਕਿਸਾਨ ਦੇ ਨਾਲ ਜਾ ਕੇ ਸਿੱਧੀ ਖਰੀਦੋ ਫਰੋਖਤ ਕਰੋਗੇ ਤੇ ਉਹਦੇ ਨਾਲ ਹੋਣਾ ਕੀ ਹੈ ਜੀ, ਹੁਣ ਫਸਲ ਸਾਡੀ ਮੰਡੀੋਂ ਜਾਣੋਂ ਹਟ ਗਈ ਜੀ। ਰਾਈਟ। ਠੀਕ ਹੈ ਜੀ, ਕਿਉਂਕਿ ਜਿਹੜਾ ਪ੍ਰਾਈਵੇਟ ਟਰੇਡਰ ਆ, ਕੋਈ ਵੀ ਫਰਮ ਆ, ਕੋਈ ਕਾਰਪੋਰੇਟ ਫਰਮ ਹੈਗੀ ਆ ਵੱਡੀ, ਤੇ ਉਹਨੇ ਸਿੱਧੇ, ਕਿਉਂਕਿ ਜਿਹੜਾ ਦੂਸਰਾ ਬਿੱਲ ਆ ਜਿਹਦੀ ਮੈਂ ਅੱਗੇ ਜਾ ਕੇ ਆਪਾਂ ਗੱਲਬਾਤ ਕਰਾਂਗੇ, ਉਹ ਹੈਗਾ ਤੁਹਾਡੀ ਆਹ ਕੰਟਰੈਕਟ ਫਾਰਮਿੰਗ ਨੂੰ ਪ੍ਰਮੋਟ ਕਰਦਾ। ਠੀਕ ਹੈ ਜੀ। ਹੁਣ ਉਹਦੇ ਨਾਲ ਕੀ ਹੋਣਾ, ਕੰਟਰੈਕਟ ਫਾਰਮਿੰਗ ਪ੍ਰਮੋਟ ਹੋ ਗਈ, ਕਿਸਾਨਾਂ ਦੀ ਸਿੱਧੀ ਡੀਲਿੰਗ ਹੋਣ ਲੱਗੀ ਟਰੇਡਰਸ ਦੇ ਨਾਲ, ਪ੍ਰਾਈਵੇਟ ਮੰਡੀਆਂ 'ਚ ਅਨਾਜ ਜਾਣਾ ਬੰਦ ਹੋ ਗਿਆ। ਹੁਣ ਸ਼ੁਰੂ 'ਚ ਕੀ ਹੋਊਗਾ ਦੇਖੋ, ਇੱਕ ਪੁਆਇੰਟ ਮੈਂ ਹੋਰ ਪਿੱਛੇ ਆਵਾਂ, ਜਿਹੜੀਆਂ ਮੰਡੀਆਂ ਦੇ ਵਿੱਚ ਜਿਹੜਾ ਕਣਕ ਤੇ ਝੋਨੇ ਦੀ ਟੋਟਲ ਖਰੀਦੋ ਫਰੋਖਤ ਹੈ ਨਾ ਜੀ ਪੰਜਾਬ ਦੇ ਵਿੱਚ, ਲਗਭਗ ਕਣਕ ਤੇ ਝੋਨੇ ਦੀ ਮੈਂ ਗੱਲ ਕਰਦਾ, 50,000 ਕਰੋੜ ਤੋਂ ਉੱਤੇ ਦੀ ਰਕਮ ਬਣ ਜਾਂਦੀ ਹੈ ਜੀ। 50,000 ਕਰੋੜ ਦੇ ਉੱਤੇ ਤੁਸੀਂ 8.5% ਲਾਓ ਤਾਂ ਇਹ ਲਗਭਗ 4500 ਕਰੋੜ ਬਣ ਜਾਂਦਾ ਜੀ। ਜੀ। ਉਹਦੇ ਵਿੱਚੋਂ ਹੁਣ ਬ੍ਰੇਕਅਪ ਕਰੋਗੇ ਤਾਂ 14-1500 ਕਰੋੜ ਹਰ ਸਾਲ ਪਿੰਡ ਦੀਆਂ ਜਿਹੜੀ ਰੂਰਲ ਡਿਵੈਲਪਮੈਂਟ ਵਾਸਤੇ ਜੀ, ਤੇ ਬਾਕੀ ਮੰਡੀ ਵਾਸਤੇ, ਤੇ ਆੜਤੀਏ ਦੀ ਜੇਬ 'ਚ ਵੀ ਜਾਨੀ 11-1200 ਕਰੋੜ ਜਾਂਦਾ ਆ। ਹੁਣ ਕੀ ਹੋਣਾ, ਜਦੋਂ ਇਹਨਾਂ ਨੇ ਕਹਿਤਾ ਵੀ ਕੋਈ ਵੀ ਬੰਦਾ ਜਾ ਕੇ ਥਰੂ ਕੰਟਰੈਕਟ ਫਾਰਮਿੰਗ ਕਿਸਾਨਾਂ ਤੋਂ ਸਿੱਧੀ ਪਰਚੇਜ਼ ਕਰੂਗਾ, ਹੁਣ ਉਹ ਵਪਾਰੀ ਨੇ ਖਰੀਦਣ ਵਾਲੇ ਦਾ 8.5% ਬਚ ਗਿਆ ਜੀ, ਜਿਹੜਾ ਉਹਨੇ ਮੰਡੀ 'ਚ ਜਾ ਕੇ ਜਦੋਂ ਫਸਲ ਆਪਣੀ ਜਿੰਸ ਉਹਨੇ ਖਰੀਦਣੀ ਸੀ ਕਿਸੇ ਦੀ ਵੀ, ਉਹਨੇ ਸ਼ੁਰੂ 'ਚ ਕੀ ਕਰਨਾ ਆ, ਇੱਕ ਤਾਂ ਦੇਖੋ ਕਿਸਾਨ ਨੂੰ ਇਹ ਸੌਖਾ ਹੋ ਜਾਣਾ ਬਈ ਕਿੱਥੇ ਮੈਂ ਮੰਡੀ 'ਚ ਜਾ ਕੇ ਫਸਲ ਵੇਚ ਕੇ ਆਊਂਗਾ, ਮੈਨੂੰ 2-3 ਦਿਨ ਲੱਗਦੇ ਨੇ ਜੀ ਮੰਡੀ ਦੇ ਵਿੱਚ ਫਸਲ ਵੇਚਣ ਨੂੰ। ਠੀਕ ਹੈ ਜੀ, ਉਹਨੂੰ ਘਰ ਬੈਠੇ ਹੀ ਉਹਦੀ ਫਸਲ ਵਿਕ ਰਹੀ ਹੈ ਜੀ। ਫਿਰ ਜਿਹੜਾ ਪ੍ਰਾਈਵੇਟ ਵਪਾਰੀ ਆ, ਜਿਹੜਾ ਉਹਨੇ 8.5% ਬਚਿਆ ਸੀਗਾ, ਜਿਵੇਂ ਕਣਕ ਦਾ ਆਪਾਂ ਲਾ ਲਈਏ 160-70, ਹੋ ਸਕਦਾ ਉਹ ਸ਼ੁਰੂ 'ਚ 60 ਰੁਪਏ ਕਿਸਾਨਾਂ ਨੂੰ ਜ਼ਿਆਦਾ ਵੀ ਦੇ ਦੇਵੇ। ਠੀਕ ਹੈ ਜੀ, ਵੀ 160 ਉਹਦੇ ਬਚ ਗਏ ਤੇ 60 ਉਹਨਾਂ ਨੇ ਕਿਸਾਨਾਂ ਨੂੰ ਦੇ ਕੇ ਚੋਗਾ ਪਾ ਲਿਆ ਜੀ। ਤੇ ਕਿਸਾਨਾਂ ਦਾ ਰੁਝਾਨ ਕੀ ਹੋਣਾ ਆ, ਸ਼ੁਰੂ ਦੇ ਵਿੱਚ ਇਹ ਪ੍ਰਾਈਵੇਟ ਫਰਮਾਂ ਦੇ ਵਾਲੇ ਪਾਸੇ, ਟਰੇਡਰਸ ਦੇ ਨਾਲ ਜ਼ਿਆਦਾ ਹੋ ਜਾਣਾ ਹੈ। ਰਾਈਟ। ਠੀਕ ਹੈ ਜੀ। ਵਿਦ ਦਾ ਪੈਸੇਜ ਆਫ ਟਾਈਮ ਆਪਾਂ ਲਾ ਲਈਏ 2 ਸਾਲ 3 ਸਾਲ, ਜਿਹੜੀਆਂ ਮੰਡੀਆਂ ਦੀ ਆਮਦਨ ਬੰਦ ਹੋ ਗਈ ਜੀ, ਕਿਉਂਕਿ ਹੌਲੀ ਜਿਹੜੀ ਜਿੰਸ ਥਰੂ ਮੰਡੀ ਵਿਕਣੀ ਘਟ ਗਈ, ਜਿਹੜਾ ਇਹ 8.5% ਵਾਲੀ ਜਿਹੜੀ ਆਮਦਨ ਸੀਗੀ, 3000 ਕਰੋੜ ਦੀ ਆਮਦਨ ਲਾ ਲਈਏ ਮੰਡੀ ਬੋਰਡ ਨੂੰ ਤੇ ਰੂਰਲ ਡਿਵੈਲਪਮੈਂਟ ਵਾਸਤੇ, ਉਹ ਘਟਦੀ 3-4 ਸਾਲ ਦੇ ਵਿੱਚ ਲਗਭਗ ਕਹਿ ਲਓ ਖਤਮ ਹੋ ਗਈ ਜੀ। ਤੇ ਸਰਕਾਰਾਂ ਨੂੰ ਮੰਡੀ ਬੋਰਡ ਫਿਰ ਸਾਰਾ ਬੰਦ ਕਰਨਾ ਪੈ ਜਾਣਾ, ਕਿਉਂਕਿ ਜਗ੍ਹਾ ਬਹੁਤ, ਮੰਡੀ ਸਿਸਟਮ ਬਹੁਤ ਵਧੀਆ ਜੀ ਪੰਜਾਬ ਦੇ ਵਿੱਚ। ਬਿਲਕੁਲ ਜੀ। ਉਹ ਅਲਟੀਮੇਟਲੀ ਜਦੋਂ ਬੰਦ ਹੋ ਗਿਆ, ਸਰਕਾਰਾਂ ਨੇ ਮੰਡੀਆਂ ਨੂੰ ਮੀਨਸ ਅਬਜ਼ੌਰਬ ਕਰਕੇ ਜ਼ਮੀਨਾਂ ਜਮੂਨਾਂ ਵੇਚਣਗੇ ਜੀ, ਹੋਰ ਕੀ ਕਰਦੀਆਂ ਨੇ ਸਰਕਾਰਾਂ। ਰਾਈਟ। ਠੀਕ ਹੈ ਜੀ। ਉਹ ਜਦੋਂ ਖਤਮ ਹੋ ਗਿਆ ਮੰਡੀ ਵਾਲਾ ਸਿਸਟਮ, ਤੇ ਫਿਰ ਉਹ ਵਪਾਰੀ ਦੀਆਂ ਮੌਜਾਂ ਲੱਗ ਗਈਆਂ ਜੀ, ਜਿੰਨਾ ਮਰਜ਼ੀ ਐਕਸਪਲੋਇਟ ਕਰੇ ਕਿਸਾਨ ਨੂੰ, ਕਿਉਂਕਿ ਉਹਦੇ ਕੋਲ ਆਪਸ਼ਨ ਕੋਈ ਨਹੀਂ ਹੈਗੀ ਜੀ ਹੋਰ, ਮੰਡੀ ਖਤਮ ਹੋ ਗਈ। ਠੀਕ ਹੈ ਜੀ। ਇਸ ਕਰਕੇ ਇਹਦਾ ਤੋੜ ਵੀ ਮੈਂ, ਕਿਉਂਕਿ ਇਹਦੇ ਤੇ ਮੈਂ 2-3 ਪ੍ਰੋਗਰਾਮ ਵੀ ਕਰ ਚੁੱਕਿਆ ਆ। ਮੋਦੀ ਬੜਾ ਐਰੋਗੈਂਟ ਬੰਦਾ ਹੈਗਾ ਜੀ, ਉਹ ਪੂਰਾ ਕਾਂਗਰਸ ਵੀ ਚਾਹੁੰਦੀ ਸੀ ਇਹ ਕਾਨੂੰਨ ਜਿਹੜੇ ਮੋਦੀ ਕਾਨੂੰਨ ਲਾਗੂ ਕਰ ਰਿਹਾ ਆ, ਬੇਸਿਕਲੀ ਚਾਹੁੰਦੀ ਕਾਂਗਰਸ ਸੀਗੀ, ਇਹ ਲਿਆਂਦੇ ਉਹਨਾਂ ਨੇ ਹੋਏ ਨੇ, ਪਰ ਇੰਨੇ ਉਹਨਾਂ 'ਚ ਨਾ ਗਟਸ ਨਹੀਂ ਸੀਗੇ ਇਹ
ਇਹਨਾਂ ਨੂੰ ਇੰਪਲੀਮੈਂਟ ਕਰਨ ਦੇ ਜੀ। All ਤੇ right. ਮੋਦੀ ਬੜਾ ਐਰੋਗੈਂਟ ਬੰਦਾ ਜੀ, ਉਹਨੇ ਇਹ ਦੇਖੋ ਕਾਨੂੰਨ ਇਹੀ ਰੀਜ਼ਨ ਹੈ ਕਿ ਕਾਂਗਰਸ ਨੇ ਇਦਾਂ ਜਿਹੜਾ ਹੈਗਾ ਉਹ ਵਿਰੋਧ ਨਹੀਂ ਕੀਤਾ ਜ਼ਿਆਦਾ, ਖੁੱਲ ਕੇ ਵਿਰੋਧ ਨਹੀਂ ਕੀਤਾ। ਹਾਂਜੀ ਹਾਂ, ਬਿਲਕੁਲ ਕਾਂਗਰਸ ਦਾ ਰੋਲ ਬੜਾ ਦੇਖੋ ਨਾ, ਜਿੱਦਣ ਉੱਥੇ ਆਰਡੀਨੈਂਸ ਦੇ ਉੱਤੇ ਵੋਟਾਂ ਪੈਣੀਆਂ ਸੀਗੀਆਂ, ਉੱਥੇ ਪਿਛਲੇ ਹਫਤੇ ਦੀ ਗੱਲ ਹੈ, ਜਦੋਂ ਭਗਵੰਤ ਮਾਨ ਦੇ ਤੇ ਸੁਖਬੀਰ ਬਾਦਲ ਦੇ ਵਿੱਚ ਵੀ ਇੱਕ ਟਸਲ ਕ੍ਰੀਏਟ ਹੋ ਗਈ ਸੀਗੀ, ਬਿਆਨਬਾਜ਼ੀ ਵੀ ਇਹ ਵੋਟ ਨਹੀਂ ਪਾ ਕੇ ਆਏ। ਕਾਂਗਰਸ ਵਾਲੇ ਦੇਖੋ ਲੋਕ ਸਭਾ ਦੇ ਵਿੱਚ ਤਾਂ ਬਿੱਲ ਪਾਸ ਹੋ ਜਾਣਾ ਸੀ, ਬੀਜੇਪੀ ਕੋਲ ਬਰੂਟਲ ਮੈਜੋਰਟੀ ਹੈ ਜੀ, 303 ਤਾਂ ਐਮਪੀ ਉਹਨਾਂ ਦੇ ਆਪਣੇ ਨੇ। ਠੀਕ ਹੈ ਜੀ, ਅਗਰ ਕਾਂਗਰਸ ਵੋਟ ਨਾ ਵੀ ਪਾਉਂਦੀ ਹੈ, ਜਿਹੜੇ ਆਪੋਜੀਸ਼ਨ, ਅੱਛਾ ਕੁਝ ਇੱਕ ਪਾਰਟੀਆਂ ਇਹੋ ਜਿਹੀਆਂ ਵੀ ਨੇ ਜਿਹੜੀਆਂ ਕਿ ਬੀਜੇਪੀ ਦੇ ਨਾਲ ਨਹੀਂ ਨਾ ਹੋਣ ਦੇ ਬਾਵਜੂਦ ਉਹਦੇ ਹੱਕ ਦੇ ਵਿੱਚ ਭੁਗਤ ਗਿਆ ਲੋਕ ਸਭਾ ਦੇ ਵਿੱਚ। ਠੀਕ ਹੈ ਜੀ, ਲੋਕ ਸਭਾ 'ਚ ਕੋਈ ਦਿੱਕਤ ਨਹੀਂ ਸੀਗੀ ਬੀਜੇਪੀ ਨੂੰ, ਪਰ ਇਹਨਾਂ ਨੇ ਕੀ ਕੀਤਾ, ਇਹ ਵਾਕਆਊਟ ਕਰ ਗਏ ਜੀ ਉੱਥੋਂ ਵੋਟ ਪਾਉਣ ਵੇਲੇ। ਜਾਣੀ ਪੁੱਛ ਲਿਆ ਉਹਨੇ, ਕਿਉਂਕਿ ਵੀ ਇਹ ਇੱਕ ਸਿਰਫ ਅਮੈਂਡਮੈਂਟ ਸੀਗੀ ਇਹਦੇ ਵਿੱਚ, ਕਾਨੂੰਨਾਂ ਦੇ ਵਿੱਚ, ਜਾਂ ਜਦੋਂ ਉਹਨੂੰ ਪਤਾ ਹੈ ਸਪੀਕਰ ਨੂੰ ਵੀ ਬਰੂਟਲ ਮੈਜੋਰਟੀ ਹੈਗੀ ਆ, ਤੇ ਤੁਹਾਨੂੰ ਜਿਹੜੀ ਇਲੈਕਟ੍ਰੋਨਿਕ ਮਸ਼ੀਨਾਂ ਦੇ ਨਾਲ ਵੋਟ ਪਾਉਣ ਵਾਲੇ ਦੀ ਇੰਨੀ ਲੋੜ ਉੱਥੇ ਨਹੀਂ ਮਹਿਸੂਸ ਹੁੰਦੀ ਜੀ, ਕਿਉਂਕਿ ਤੁਹਾਨੂੰ ਪਤਾ ਵੀ ਇਹਨਾਂ ਦੀ ਇੱਕ ਤਾਂ ਉਹ ਮੈਜੋਰਟੀ ਸੀਗੀ ਰਹਿੰਦੀ ਹੁੰਦੀ, ਇਹਨਾਂ ਨੇ ਹੋਰ ਮੈਜੋਰਟੀ ਬਣਾਤੀ ਜਦੋਂ ਵਾਕਆਊਟ ਕਰ ਗਏ ਆਪੋਜੀਸ਼ਨ ਵਾਲੇ। ਤੇ ਕਾਂਗਰਸ ਦਾ ਰੋਲ ਇਹ 'ਚ ਬੜਾ ਜਾਨੀ ਡੂਬੀਅਸ ਜਿਹਾ ਰੋਲ ਹੈਗਾ ਜੀ ਇਹਦੇ ਵਿੱਚ ਕਾਂਗਰਸ ਦਾ। ਤੇ ਕੈਪਟਨ ਦੇ ਉੱਤੇ ਵੀ ਐਲੀਗੇਸ਼ਨਸ ਲਾਈਆਂ ਨੇ, ਆ ਜਿਹੜਾ ਖੇਤੀਬਾੜੀ ਮੰਤਰੀ ਆ, ਕਿਹੜਾ ਮੰਤਰੀ ਸੀ ਬੀਜੇਪੀ ਦਾ, ਜਿਹਨੇ ਕਿਹਾ ਵੀ ਅਸੀਂ ਇਹਨੂੰ ਸੱਦਿਆ ਸੀਗਾ ਤੇ ਇਹ ਕੈਪਟਨ ਇਹਦੇ ਹੱਕ ਦੇ ਵਿੱਚ ਆ ਕੇ ਇੱਥੇ ਜਾਨੀ ਗੱਲ ਕਰਕੇ ਗਿਆ ਜੀ। ਜਾਨੀ ਕੈਪਟਨ ਦਾ ਰੋਲ ਕੋਈ ਬਹੁਤ ਕਲੀਅਰ ਰੋਲ ਨਹੀਂ ਹੈ ਜੀ ਇਹਦੇ ਵਿੱਚ। ਤੇ ਹੁਣ ਇਹਦੇ 'ਚ ਹੋਣਾ ਕੀ ਹੈਗਾ ਆ, ਦੇਖੋ ਜਿਹੜਾ ਆਹ ਵਾਲਾ ਕਾਨੂੰਨ ਆ, ਧਰਨਾ ਅੱਜ ਲੱਗਿਆ, ਬੜਾ ਸਕਸੈਸਫੁਲ ਹੋਇਆ ਜੀ। ਤੇ ਮੈਂ ਹੁਣੇ ਖਬਰ ਪੜ੍ਹ ਰਿਹਾ ਸੀਗਾ ਬਈ ਬੰਦ ਸੀਗਾ ਜੀ, ਬੰਦ ਸੀਗਾ, ਹਾਂਜੀ ਮੁਕੰਮਲ ਬੰਦ। ਤੇ ਹੁਣ ਕਹਿੰਦੇ ਨੇ ਰੇਲਾਂ ਰੋਕਣੀਆਂ ਨੇ 29 ਤਰੀਕ ਤੱਕ, ਅੱਜ ਹੈਗੀ ਆ 25 ਤਰੀਕ। ਤੇ ਮੇਰੇ ਹਿਸਾਬ ਨਾਲ ਰੇਲਾਂ ਰੋਕ ਕੇ ਤੁਸੀਂ ਆਪਣੇ ਪੰਜਾਬ 'ਚ ਰੋਕੋਗੇ ਤਾਂ ਆਮ ਲੋਕਾਂ ਨੂੰ ਪਰੇਸ਼ਾਨੀ ਹੈ ਜੀ। ਅਗਰ ਕੁਝ ਕਰਨਾ ਤਾਂ ਜਾ ਕੇ ਦਿੱਲੀ ਨੂੰ ਬਲੌਕ ਕਰਨਾ ਚਾਹੀਦਾ ਜੀ ਇਹਨਾਂ ਨੂੰ। ਵੈਸੇ ਜਿਹੜਾ ਆਹ ਵਾਲਾ ਕਾਨੂੰਨ ਆ, ਇਹ ਤਾਂ ਚਲੋ ਮੈਂ ਗੱਲਬਾਤ ਕੀਤੀ ਮੰਡੀ ਵਾਲਾ ਸਿਸਟਮ, ਤੁਹਾਨੂੰ ਲੇਮੈਨ ਲੈਂਗੁਏਜ 'ਚ ਮੈਂ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੀ। ਨਹੀਂ ਬਹੁਤ, ਅਗਰ ਕਿਸੇ ਅਸੀਂ ਅਪੀਲ ਕਰਾਂਗੇ, ਅਗਰ ਕਿਸੇ ਵਿਊਅਰਸ ਨੂੰ ਕੋਈ ਗੱਲ ਨਾ ਸਮਝ ਆਈ ਤਾਂ ਸਾਨੂੰ ਇਨਬਾਕਸ ਕਰ ਸਕਦੇ ਨੇ, ਅਸੀਂ ਉਹ ਕੁਐਸਚਨ ਦੁਬਾਰਾ ਲੈ ਲਾਂਗੇ। ਲੇਕਿਨ ਜਿੱਥੋਂ ਤੱਕ ਕਿ ਸਾਡਾ ਖਿਆਲ ਹੈ, ਰਾਣਾ ਸਾਹਿਬ ਨੇ ਬੜੇ ਲੇਮੈਨ ਵਿੱਚ ਬੜੇ ਈਜ਼ੀ ਲਫ਼ਜ਼ਾਂ ਦੇ ਵਿੱਚ ਗੱਲ ਸਮਝਾਈ ਹੈ ਕਿ ਇਹ ਕਾਨੂੰਨ ਕਿਉਂ ਬਣਾਇਆ ਗਿਆ ਔਰ ਇਹਦਾ ਅਸਰ ਕੀ ਪਏਗਾ। ਔਰ ਅਗਰ ਅਸੀਂ ਸੁੱਤੇ ਰਹੇ, ਅਗਰ 2-3 ਸਾਲ ਅਸੀਂ ਲਾਲਚ ਵਜੋਂ ਸੁੱਤੇ ਰਹੇ, ਤਾਂ ਇਹਦੇ ਜਿਹੜੇ ਨਤੀਜੇ ਨੇ ਉਹ ਬੜੇ ਘਾਤਕ ਸਿੱਧ ਹੋਣਗੇ। ਜੀ ਰਾਣਾ ਜੀ, ਆਪਣੀ ਗੱਲ ਕੰਪਲੀਟ ਕਰੋ। ਹਾਂ ਜੀ, ਮੰਡੀ ਮਿਲ ਕੇ ਤੁਹਾਡੇ ਜਦੋਂ ਖਤਮ ਹੋ ਗਈ ਤੇ ਫਿਰ ਹਲੇ ਵੀ ਬਾਲ ਇਜ਼ ਇਨ ਅਵਰ ਕੋਰਟ, ਮੀਨਸ ਕਿਸਾਨਾਂ ਦੇ ਪਾਲੇ ਦੇ ਵਿੱਚ ਬਾਲ ਹੈਗੀ ਆ, ਖੁੱਦੋ ਜਿਹਨੂੰ ਕਹਿੰਦੇ ਨੇ ਜੀ। ਆਈ ਮੀਨ ਟੂ ਸੇ ਬਈ ਇਹ ਜਿਹੜੇ ਕਿਸਾਨ ਨੇ ਨਾ, ਚਲੋ ਠੀਕ ਆ, ਤੁਸੀਂ ਧਰਨਾ ਇੱਕ ਦਿਨ ਲਾ ਲਿਆ, 2-4 ਦਿਨ ਹੋਰ ਐਕਸਟੈਂਡ ਕਰ ਦੋਗੇ ਜੀ ਇਹਨੂੰ। ਤੁਸੀਂ ਏਕਾ ਹੋਵੇ ਕਿਸਾਨਾਂ ਦਾ, ਕਿਉਂਕਿ ਕਿਸਾਨਾਂ ਦੇ ਗੱਲ ਦੇ ਉੱਤੇ ਕਿਸੇ ਨੇ ਤਲਵਾਰ ਨਹੀਂ ਰੱਖੀ ਵੀ ਤੁਸੀਂ ਇਹਨੂੰ ਪ੍ਰਾਈਵੇਟ ਵਪਾਰੀ ਨੂੰ ਹੀ ਵੇਚਣੀ ਆ। ਮੰਡੀਆਂ ਹਲੇ ਵੀ ਖੁੱਲੀਆਂ ਨੇ, ਮੰਡੀਆਂ ਬੰਦ ਨਹੀਂ ਕੀਤੀਆਂ ਉਹਨੇ ਇੱਕ ਆਪਸ਼ਨ ਦਿੱਤੀ ਆਹ ਵਾਲੀ, ਕਿਸਾਨ ਏਕਾ ਕਰਨ, ਜਿੰਨੀਆਂ ਇਹਨਾਂ ਦੀਆਂ ਯੂਨੀਅਨ ਨੇ, ਪੰਚਾਇਤਾਂ ਨੇ ਪਿੰਡਾਂ ਦੀਆਂ, ਵੀ ਅਸੀਂ ਜਿਹੜੀ ਫਸਲ ਹੈਗੀ ਆ ਅਸੀਂ ਪ੍ਰਾਈਵੇਟ ਵਪਾਰੀ ਨੂੰ ਨਹੀਂ ਵੇਚਣੀ, ਥਰੂ ਕੰਟਰੈਕਟ ਫਾਰਮਿੰਗ ਅਸੀਂ ਮੰਡੀ ਦੇ ਵਿੱਚ ਹੀ ਵੇਚਣੀ ਆ। ਤੇ ਦੂਸਰੇ ਪਾਸੇ ਕੈਪਟਨ ਨੂੰ ਇਹ ਚਾਹੀਦਾ ਵੀ ਮੰਡੀਆਂ, ਕਿਉਂਕਿ ਮੰਡੀਆਂ ਦੀ ਆਮਦਨ ਕਾਫੀ ਹੈ ਜੀ, 1500 ਕਰੋੜ ਤੁਹਾਡਾ ਮੰਡੀ ਬੋਰਡ ਦਾ ਜੀ, 1500 ਕਰੋੜ ਤੁਹਾਡਾ ਰੂਰਲ ਡਿਵੈਲਪਮੈਂਟ ਦਾ, ਉਹ 'ਚ ਕਰਪਸ਼ਨ ਬਹੁਤ ਜ਼ਿਆਦਾ ਹੈ ਜੀ। ਇਹ ਹਲੇ ਤੁਸੀਂ ਦੋ ਫਸਲਾਂ ਦਾ ਦੱਸਿਆ, ਝੋਨੇ ਤੇ ਕਣਕ ਦਾ। ਕਣਕ ਮੇਨ ਇਹੀ ਨੇ ਜੀ ਦੋ, ਬਾਕੀ ਫਸਲਾਂ ਦਾ ਮੰਡੀ ਦੇ ਕਰਨ ਬਹੁਤ ਘੱਟ ਹੈ ਜੀ। ਯਾਨੀ ਫਸਲਾਂ ਮੇਨ ਦੋ ਇਹ ਨੇ ਜਿਹੜੀਆਂ ਕੇਂਦਰ ਵੱਲੋਂ ਖਰੀਦ ਕੀਤੀ ਜਾਂਦੀ ਹੈ। ਹਾਲਾਂਕਿ ਦੇਖੋ ਇੰਨੀ ਸਰਕਾਰਾਂ ਚੁਸਤ ਨੇ ਨਾ, ਧਰਨੇ ਤਾਂ ਇਹ ਲੱਗਣੇ ਚਾਹੀਦੇ ਸੀਗੇ ਵੀ 23 ਕਮੋਡਿਟੀ ਨੇ ਜੀ ਟੋਟਲ, 23 ਕਮੋਡਿਟੀਜ਼ ਜਿਹੜੀਆਂ ਐਗਰੀਕਲਚਰ ਪ੍ਰੋਡਿਊਸ, ਜਿਹਦਾ ਮਿਨੀਮਮ ਸਪੋਰਟ ਪ੍ਰਾਈਸ ਕੇਂਦਰ ਸਰਕਾਰ ਤੈਅ ਕਰਦੀ ਹੈ ਜੀ। ਸਿਰਫ ਦੋ ਫਸਲਾਂ ਦਾ ਸਾਨੂੰ ਮਿਨੀਮਮ ਸਪੋਰਟ ਪ੍ਰਾਈਸ ਤੇ ਮਿਲਦਾ ਹੈਗਾ ਆ, ਬਾਕੀਆਂ ਦਾ ਨਹੀਂ ਮਿਲਦਾ। ਧਰਨੇ ਉਹਦੇ ਤੇ ਲੱਗਣੇ ਚਾਹੀਦੇ ਨੇ ਵੀ ਸਾਨੂੰ ਬਾਕੀਆਂ ਦਾ ਵੀ ਮਿਨੀਮਮ ਸਪੋਰਟ ਪ੍ਰਾਈਸ ਦਵੋ। ਫਾਰ ਐਗਜ਼ਾਮਪਲ ਮੱਕੀ ਦਾ ਮਿਨੀਮਮ ਸਪੋਰਟ ਪ੍ਰਾਈਸ ਪਿਛਲੇ ਸਾਲ ਦਾ 1750 ਰੁਪਏ ਸੀਗਾ ਜੀ, ਤੇ ਸਾਨੂੰ ਮਿਲਦਾ ਕਿਸਾਨਾਂ ਨੂੰ 1100-1200 ਮੈਕਸਿਮਮ। ਮੂੰਗੀ ਦੀ ਦਾਲ ਲਾ ਲਓ ਜੀ, ਮੂੰਗੀ ਦੀ ਦਾਲ ਆ, ਸਰਕਾਰੀ ਰੇਟ MSP ਰੇਟ ਜਾਨੀ ਮਿਨੀਮਮ ਪਰਚੇਜ਼ ਪ੍ਰਾਈਸ ਜਿਹੜਾ ਪ੍ਰਾਈਸ ਹੈਗਾ ਸਰਕਾਰ ਦਾ 7200 ਰੁਪਏ ਕੁਇੰਟਲ ਹੈ ਜੀ। ਠੀਕ ਹੈ ਜੀ, ਕਿਸਾਨ ਨੂੰ ਮਿਲਦਾ ਹੈ 3500-4000 ਮੈਕਸਿਮਮ। ਔਰ ਦਾਲਾਂ ਸਾਡਾ ਪ੍ਰਧਾਨ ਮੰਤਰੀ ਸਾਹਿਬ ਅਫਰੀਕਨ ਕੰਟਰੀਜ਼ ਦੇ ਵਿੱਚੋਂ ਇੰਪੋਰਟ ਕਰ ਰਹੇ ਨੇ ਜੀ। ਇਹ ਧਰਨੇ ਇੱਥੇ ਲੱਗਣੇ ਚਾਹੀਦੇ ਸੀਗੇ। 2016 ਚ ਮੋਦੀ ਸਾਹਿਬ ਗਏ ਸੀਗੇ ਅਫਰੀਕਾ ਕੰਟੀਨੈਂਟ, 4 ਕੰਟਰੀ ਸੀਗੇ, ਉਹਨਾਂ ਦੇ ਵਿੱਚੋਂ ਇੱਕ ਕੰਟਰੀ ਸੀ ਮੋਜ਼ੰਬੀਕ ਦੇ ਨਾਲ 5 ਸਾਲਾਂ ਦਾ ਕੰਟਰੈਕਟ ਕਰਕੇ ਆਏ ਨੇ ਮੋਦੀ ਸਾਹਿਬ ਆਪਣੇ ਦਾਲਾਂ ਦਾ ਜੀ। ਰਾਈਟ। ਸਾਡਾ ਕੀ ਕਿਸਾਨ ਪੰਜਾਬ ਦੇ ਵਿੱਚ ਦਾਲਾਂ ਨਹੀਂ ਪੈਦਾ ਕਰ ਸਕਦਾ ਜਾਂ ਇੰਡੀਆ ਦੇ ਵਿੱਚ? ਰਾਈਟ। ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਆ ਤੁਸੀਂ ਦਾਲਾਂ ਦਾ ਦਿਓ,
4 ਕੁਇੰਟਲ ਦੇ ਨੇੜੇ ਤੇੜੇ ਦੇਖੋ ਮੂੰਗੀ ਦੀ ਦਾਲ ਦਾ ਝਾੜ ਹੈਗਾ ਜੀ 4 ਕੁਇੰਟਲ। ਅਗਰ 700 ਰੁਪਏ ਦੇ 7000 ਰੁਪਏ ਕੁਇੰਟਲ ਦੇ ਹਿਸਾਬ ਨਾਲ ਲਾਈਏ ਤਾਂ 7200 ਰੁਪਇਆ, ਤਾਂ ਲਗਭਗ 28-30 ਹਜ਼ਾਰ ਦੀ ਇਹ ਫਸਲ ਹੋ ਜਾਂਦੀ ਹੈ। ਸਿਰਫ 2.5 ਮਹੀਨੇ ਦੀ ਫਸਲ ਆ। ਔਰ ਕਣਕ ਵੱਢਣ ਤੋਂ ਬਾਅਦ ਤੇ ਝੋਨਾ ਲਾਉਣ ਤੋਂ ਪਹਿਲਾਂ ਜਿਹੜਾ 2-2.5 ਮਹੀਨੇ ਦਾ ਟਾਈਮ ਹੁੰਦਾ ਇਨ ਬਿਟਵੀਨ, ਉਹਦੇ ਵਿੱਚ ਇਹ ਬੜੀ ਵਧੀਆ ਫਿੱਟ ਹੁੰਦੀ ਹੈ ਫਸਲ। ਹਾਂ, ਸਰਕਾਰਾਂ ਦੀ ਪਾਲਿਸੀ ਹੈ ਨਹੀਂ ਜੀ, ਕਿਸਾਨ ਮਾਰੂ ਨੀਤੀਆਂ ਨੇ ਇਹਨਾਂ ਦੀਆਂ ਸਰਕਾਰਾਂ ਦੀ। ਇਹ ਤਾਂ ਸੀਗਾ ਜੀ ਕਾਨੂੰਨ ਆਪਣੇ ਮੰਡੀ ਦੇ ਨਾਲ ਮੈਂ ਜੋੜ ਲਵਾਂ, ਕਿਉਂਕਿ ਅੰਗਰੇਜ਼ੀ 'ਚ ਬਹੁਤ ਲੰਮਾ ਚੌੜਾ ਨਾਂ ਜੀ ਇਹਨਾਂ ਦਾ। ਇਹਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਮੰਡੀ ਖਤਮ ਕਰਨ ਵਾਲਾ ਸਿਸਟਮ, ਫਾਰਮਰ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਪ੍ਰਮੋਸ਼ਨ ਐਂਡ ਫੈਸਿਲਿਟੇਸ਼ਨ ਐਕਟ। ਮੈਂ ਤਾਂ ਇਹਨੂੰ ਕਹੂੰਗਾ ਵੀ ਇਹ ਪ੍ਰਮੋਸ਼ਨ ਨਹੀਂ, ਇਹ ਡਿਮੋਸ਼ਨ ਐਂਡ ਐਕਸਪਲੋਇਟੇਸ਼ਨ ਐਕਟ ਬਣਦਾ ਹੈ। ਹਾਂਜੀ ਹਾਂ ਜੀ ਬਿਲਕੁਲ। ਹੁਣ ਆਪਾਂ ਦੂਸਰੇ ਤੇ ਆ ਜਾਈਏ ਜੀ, ਇਹ ਹੈਗਾ Farmers Empowerment and Protection Agreement on Price Assurance and Farm Services Ordinance ਲਿਖਿਆ ਹੋਇਆ ਇੱਥੇ, ਐਕਟ ਬਣ ਗਿਆ ਜੀ, ਹੁਣ ਪਾਸ ਹੋ ਗਿਆ ਜੀ। ਰਾਈਟ। ਇਹ ਹੈਗਾ ਜੀ ਕੰਟਰੈਕਟ ਫਾਰਮਿੰਗ ਬਾਰੇ। ਵੀ ਜਿਹੜੇ ਕੰਟਰੈਕਟ ਫਾਰਮਿੰਗ ਆ, 12 ਪੇਜਾਂ ਦੀ ਡਿਟੇਲ ਹੈਗੀ ਹੈ ਇਹਦੀ, ਮੈਂ ਪੜ੍ਹੀ ਹੈ ਸਾਰੀ, ਉਹ ਜਿਹੜੀਆਂ ਗਾਈਡਲਾਈਨਸ ਨੇ। ਵੀ ਇੱਕ ਤਾਂ ਇਹ ਥੋੜੀ ਜਿਹੀ ਇਹਦੇ ਬਾਰੇ ਗਲਤ ਫੈਲਾਇਆ ਜਾ ਰਿਹਾ ਹੈ, ਇਹਦੇ 'ਚ ਮੈਨੂੰ ਇੱਕੋ ਹੀ ਕਮੀ ਲੱਗੀ ਜੀ ਇਸ ਕਾਨੂੰਨ ਦੇ ਵਿੱਚ, ਬਾਕੀ ਠੀਕ ਹੈ ਲਗਭਗ। ਕੁਝ ਇੱਕ ਗਲਤ ਅਫਵਾਹਾਂ ਵੀ ਫੈਲਾਈਆਂ ਗਈਆਂ ਨੇ ਵੀ ਇਹ ਇੰਗਲਿਸ਼ ਲੈਂਗੁਏਜ ਦੇ ਵਿੱਚ ਆ, ਲੰਮਾ ਚੌੜਾ ਹੋਊਗਾ, ਕਿਸਾਨਾਂ ਨੂੰ ਸਮਝ ਨਹੀਂ ਆਉਣਾ। ਨਹੀਂ, ਲੋਕਲ ਲੈਂਗੁਏਜ ਦੇ ਵਿੱਚ ਹੋਣਾ ਚਾਹੀਦਾ ਜੀ ਪਹਿਲੀ ਗੱਲ। ਐਂਡ ਬੜੀਆਂ ਕਲੀਅਰਲੀ ਟਰਮਸ ਉਹ ਹੋਣੀਆਂ ਚਾਹੀਦੀਆਂ ਨੇ, ਜਿਹੜੀਆਂ ਵੀ ਟਰਮਸ ਐਂਡ ਕੰਡੀਸ਼ਨ ਦੇ ਉੱਤੇ ਤੁਹਾਡਾ ਇਹ ਆਪਸ ਦੇ ਵਿੱਚ ਐਗਰੀਮੈਂਟ ਹੋਣਾ ਜੀ, ਕੰਟਰੈਕਟ ਹੋਣਾ ਹੈ। ਇਹਦੇ 'ਚ ਦਿੱਕਤ ਮੈਨੂੰ ਇਹ ਲੱਗ ਰਹੀ ਹੈ, ਚਲੋ ਇਹਨੂੰ ਮੈਂ ਚਲੋ ਕੁਛ ਹੱਦ ਤੱਕ ਸਪੋਰਟ ਕਰਦਾ ਹਾਂ, ਪਰ ਇੱਕ ਦਿੱਕਤ ਆ, ਉਹ ਦਿੱਕਤ ਨੂੰ ਦੂਰ ਕਰਨ ਵਾਸਤੇ ਰੌਲਾ ਪੈਣਾ ਚਾਹੀਦਾ ਸੀਗਾ ਜੀ। ਸਾਰਾ ਇਹ ਐਕਟ ਮਾੜਾ ਨਹੀਂਗਾ। ਉਹ ਦਿੱਕਤ ਇਹ ਹੈਗੀ ਹੈ ਵੀ ਅਗਰ ਡਿਸਪਿਊਟ ਹੋ ਗਿਆ ਕਿਸੇ ਫਾਰਮਰ ਦਾ ਕਿਸੇ ਵੀ ਟ੍ਰੇਡਰ ਦੇ ਨਾਲ, ਜਿਹਨੇ ਵੀ ਪਰਚੇਸ ਕਰਨੀ ਸੀ ਉਹਦੀ ਜਿਹੜਾ ਕੰਟਰੈਕਟ ਹੋਇਆ, ਅਗਰ ਡਿਸਪਿਊਟ ਹੋ ਗਿਆ ਤੇ ਫਾਰਮਰ ਕੋਰਟ ਦੇ ਵਿੱਚ ਨਹੀਂ ਲੈ ਕੇ ਜਾ ਸਕਦਾ ਜੀ। ਡਿਸਪਿਊਟ ਫਾਰਮਰ ਦਾ ਬਾਇਰ ਦੇ ਨਾਲ ਵੀ ਹੋ ਸਕਦਾ, ਬਾਇਰ ਦਾ ਫਾਰਮਰ ਨਾਲ ਵੀ ਹੋ ਸਕਦਾ ਜੀ। ਪਰ ਜ਼ਿਆਦਾਤਰ ਚਾਂਸਸ ਨੇ ਵੀ ਫਾਰਮਰ ਨੇ ਐਕਸਪਲੋਇਟ ਹੋਣਾ ਤੇ ਫਿਰ ਉਹਨੂੰ ਇਹ ਪ੍ਰੋਬਲਮ ਹੁੰਦੀ ਹੈ। ਧਰਨੇ ਫਾਰਮਰ ਲਾਉਂਦੇ ਨੇ ਜੀ, ਕਦੇ ਟ੍ਰੇਡਰ ਨਹੀਂ ਵੇਖੇ ਧਰਨੇ ਲਾਉਂਦੇ ਜੀ। ਸਹੀ ਗੱਲ ਹੈ। ਹਾਂਜੀ, ਇਹਦੇ 'ਚ ਦਿੱਕਤ ਇਹ ਹੈਗੀ ਆ ਬਈ ਫਾਰਮਰ ਅਗਰ ਡਿਸਪਿਊਟ ਹੁੰਦਾ ਤੇ ਵੱਧ ਤੋਂ ਵੱਧ SDM ਸਬ ਡਿਵੀਜ਼ਨਲ ਮੈਜਿਸਟ੍ਰੇਟ ਜਿਹੜਾ ਹੁੰਦਾ ਆ, ਉੱਥੇ ਤੱਕ ਜਾ ਸਕਦਾ ਜੀ। ਉੱਥੋਂ ਵੀ ਨਾ ਹੱਲ ਹੋਇਆ ਤੇ ਇਹਨਾਂ ਨੇ ਇੱਕ ਕਮੇਟੀ ਆਪਣੀ ਸਰਕਾਰ ਦੀ, ਜਾਂ DC ਤੱਕ ਜਾਊਗਾ ਜਾਂ ਸਰਕਾਰ ਦੀ ਹੀ ਕੋਈ ਕਮੇਟੀ ਹੈਗੀ ਹੈ ਜੀ। ਤੇ ਇਹ ਦੇਖੋ ਜਿਹੜੇ SDM ਵਗੈਰਾ ਨੇ, ਇਹਨਾਂ ਨੂੰ ਇਨਫਲੂਐਂਸ ਕਰਨਾ ਕਿੰਨੀ ਕੁ ਵੱਡੀ ਗੱਲ ਹੈ ਟ੍ਰੇਡਰਸ ਵਾਸਤੇ ਜੀ। ਬਿਲਕੁਲ। SDM ਤਾਂ ਵੈਸੇ ਵੀ ਅਪਰੋਚੇਬਲ ਨਹੀਂ ਹੈਗੇ, ਜਾਨੀ ਰੀਚੇਬਲ ਨਹੀਂ ਹੈਗੇ, ਮੈਂ ਕਹੂੰਗਾ ਆਮ ਲੋਕਾਂ ਵਾਸਤੇ। ਤੇ ਇਹ ਉਹਨਾਂ ਦੇ ਅੰਡਰ ਲਿਆ ਕੇ ਵੀ ਡਿਸਪਿਊਟ ਉਹਨਾਂ ਨੇ ਰਿਜ਼ੋਲਵ ਕਰਨਾ ਅਗਰ ਹੁੰਦਾ ਤਾਂ ਇਟਸ ਆਲ ਨੌਨਸੈਂਸ। ਕੋਰਟ ਦੇ ਵਿੱਚ ਜਾਣ ਦਾ ਅਧਿਕਾਰ ਹੋਣਾ ਚਾਹੀਦਾ ਆ, ਇਹ ਡਿਮਾਂਡ ਹੋਣੀ ਚਾਹੀਦੀ ਸੀ ਜੀ। ਮਤਲਬ ਇੱਕ ਪਾਸੇ ਲੋਲੀਪੌਪ ਦੇ ਕੇ ਦੂਜੇ ਪਾਸੇ ਉਹ ਜਿਹੜਾ ਹੈਗਾ ਵੀ ਉਹ ਫੇਰ ਅੱਗੇ ਉਹਨਾਂ ਨੂੰ ਕੁੜੱਤਣ ਵਰਗੀ ਕੁੜੀਨ ਫੜਾਤੀ ਕਿ ਲਓ ਤੁਸੀਂ ਹੁਣ ਚੂਸੋ ਇਹਨੂੰ। ਹਾਂ ਬਿਲਕੁਲ ਜੀ। ਇਹਦੇ 'ਚ ਮੈਂ ਇਹ ਕਹੂੰਗਾ ਜਿਹੜੀ ਕਿਸਾਨਾਂ ਵਾਸਤੇ ਮੇਰੀ ਜਿਹੜੇ ਧਰਨੇ ਲੱਗੇ ਨੇ, ਕਿਉਂਕਿ ਬਹੁਤ ਘੱਟ ਚਾਂਸ ਨੇ, ਕਿਉਂਕਿ ਸਿਰਫ ਨਾਰਥ ਇੰਡੀਆ ਦੇ ਵਿੱਚ ਹੀ, ਨਾਰਥ ਇੰਡੀਆ 'ਚੋਂ ਵੀ ਆਪਾਂ ਕਹੀਏ ਪੰਜਾਬ ਤੇ ਹਰਿਆਣੇ ਦੇ ਵਿੱਚ ਘਸਮਾਨ ਪਿਆ ਜੀ। ਰੈਜ਼ਿਸਟੈਂਸ ਮਿਲਿਆ ਇਹਨਾਂ ਐਕਟਸ ਨੂੰ ਤਿੰਨਾਂ ਨੂੰ। ਰਾਈਟ ਹੈ ਜੀ। ਮੈਂ ਕਿਸਾਨ ਭਰਾਵਾਂ ਨੂੰ ਜਾਨੀ ਸੋਲੂਸ਼ਨ ਇਹੀ ਹੈਗਾ ਵੀ ਇੱਕ ਤਾਂ ਤੁਸੀਂ ਕਣਕ ਤੇ ਝੋਨਾ ਜਿਵੇਂ ਵੇਚਦੇ ਸੀ ਮੰਡੀ 'ਚ ਉਹਨੂੰ ਕੰਟੀਨਿਊ ਰੱਖੋ। ਦੂਜੀ ਗੱਲ ਜਿਹੜੀ ਕੰਟਰੈਕਟ ਫਾਰਮਿੰਗ ਦਾ ਫਾਇਦਾ ਸਾਨੂੰ ਇਹ ਹੋ ਸਕਦਾ ਹੈ ਜ਼ਰੂਰ ਬਈ ਕੰਟਰੈਕਟ ਤੁਸੀਂ ਕਣਕ ਤੇ ਝੋਨੇ ਦਾ ਨਾ ਕਰੋ। ਮੀਨਸ ਮੈਂ ਇਹ ਬੇਨਤੀ ਕਰੂੰਗਾ ਜਿਹੜੀਆਂ ਅਦਰ ਦੈਨ ਬਾਕੀ ਫਸਲਾਂ ਨੇ, ਕੋਈ ਵੀ ਭਾਵੇਂ ਸਬਜ਼ੀਆਂ ਨੇ, ਕੋਈ ਫਲ ਫਰੂਟ ਆ, ਕੋਈ ਨਿੰਬੂ ਨੇ, ਕੋਈ ਤੁਹਾਡੀਆਂ ਦਾਲਾਂ ਨੇ, ਉਹਦਾ ਕੰਟਰੈਕਟ ਕਰੋ ਤਾਂ ਕਿ ਕਣਕ ਝੋਨੇ ਹੇਠੋਂ ਜਿਹੜਾ ਰਕਬਾ ਥੋੜਾ ਬਹੁਤ ਘਟੇ ਵੀ। ਪਰ ਗਵਰਨਮੈਂਟ ਕੋਲ ਇਹ ਡਿਮਾਂਡ ਜ਼ਰੂਰ ਹੋਣੀ ਚਾਹੀਦੀ ਹੈਗੀ ਆ ਬਈ ਇਹ ਜਿਹੜਾ ਹੈਗਾ ਕੋਰਟ ਦੇ ਵਿੱਚ ਜਾਣਾ ਚਾਹੀਦਾ ਆ। ਰਾਈਟ। ਹਾਂਜੀ, ਇਹ ਜਿਹੜੇ SDM ਦੇ ਰਹਿਮੋ ਕਰਮ ਤੇ ਸਾਨੂੰ ਛੱਡਤਾ ਕਿਸਾਨਾਂ ਨੂੰ, ਤੇ ਇਹ ਜਾਨੀ ਐਕਸਪਲੋਇਟੇਸ਼ਨ ਹੈ ਜੀ ਕਿਸਾਨਾਂ ਦੀ। ਇਹ ਦੂਜੇ ਐਕਟ ਨੂੰ ਮੈਂ ਜਾਨੀ ਲੇਮੈਨ ਟਰਮਸ ਦੇ ਵਿੱਚ ਤੁਹਾਨੂੰ ਮੈਂ ਸਮਝਾਤਾ ਜੀ। ਕੰਟਰੈਕਟ ਫਾਰਮਿੰਗ ਨੂੰ ਪ੍ਰਮੋਟ ਕਰਨ ਵਾਸਤੇ ਉਹਦੀਆਂ ਟਰਮਸ ਐਂਡ ਕੰਡੀਸ਼ਨਸ ਨੇ, ਲੋਕਲ ਲੈਂਗੁਏਜ ਦੇ ਵਿੱਚ ਕੰਟਰੈਕਟ ਹੋਊਗਾ, ਦੋਵੇਂ ਤਰ੍ਹਾਂ ਸਹਿਮਤ ਹੋਣਗੀਆਂ, ਸਾਰਾ ਕੁਝ ਡਿਫਾਈਨ ਕੀਤਾ ਹੋਇਆ ਵੀ ਉਹਨੇ ਜਿਹੜਾ ਵੀ ਕੰਟਰੈਕਟ ਹੋਇਆ ਕਿਹੜੇ ਭਾਅ ਤੇ ਹੋਇਆ, ਇਵਨ ਕੁਆਲਿਟੀ ਵੀ ਦੱਸੀ ਹੋਈ ਆ, ਗ੍ਰੇਡ A ਦਾ ਰੇਟ ਇਹ ਆ, ਗ੍ਰੇਡ B ਫਸਲ ਦਾ ਇਹ ਆ, ਗ੍ਰੇਡ C ਦਾ ਰੇਟ ਇਹ ਆ। ਇਹਦੇ 'ਚ ਵੀ ਇੱਕ ਦੋ ਨੁਕਤੇ ਇਹ ਹੈਗੇ ਨੇ ਵੀ ਫਰਜ਼ ਕਰੋ ਕੰਟਰੈਕਟ ਹੋ ਗਿਆ ਜੀ, ਪਿਆਜ਼ਾਂ ਦੀ ਫਸਲ ਦਾ ਕੰਟਰੈਕਟ ਹੋ ਗਿਆ ਕਿਸੇ ਦੇ ਨਾਲ, 10 ਕਿੱਲੇ ਉਹਨੇ ਲਾਏ ਵਪਾਰੀ ਨੇ, ਵਪਾਰੀ ਨੇ 10 ਕਿੱਲੇ ਲਗਵਾਏ ਕਿਸਾਨ ਮੇਰੇ ਕੋਲੋਂ, ਆ ਤੈਅ ਕਰ ਲਿਆ ਬਈ 4 ਮਹੀਨੇ ਦੀ ਫਸਲ ਆ ਤੇ 20 ਰੁਪਏ ਕਿਲੋ ਦੇ ਹਿਸਾਬ ਨਾਲ ਮੈਂ ਤੇਤੋਂ ਖਰੀਦੂੰਗਾ, 2000 ਰੁਪਏ ਕੁਇੰਟਲ ਦੇ ਹਿਸਾਬ ਨਾਲ। ਹੁਣ ਜਦੋਂ ਟਾਈਮ ਆਇਆ ਖਰੀਦਣ ਦਾ ਤੇ ਪਤਾ ਲੱਗਿਆ ਵੀ ਪਿਆਜ਼ਾਂ ਦਾ ਮੰਦਾ ਪੈ ਗਿਆ ਜੀ, ਕਿਉਂਕਿ ਜਦੋਂ ਪਿਆਜ਼ ਦੀ ਫਸਲ ਆਉਣੀ ਆ ਮਾਰਕੀਟ ਦੇ ਵਿੱਚ ਉਸ ਵੇਲੇ ਯਾਨੀ ਰੇਟ ਘੱਟ ਹੁੰਦਾ ਜੀ, ਸੁਭਾਵਿਕ ਆ, ਕਿਉਂਕਿ ਗਲਟ ਹੁੰਦਾ ਆ ਵੀ ਫਸਲ ਸਾਰੇ ਪਾਸੋਂ ਆ ਜਾਂਦੀ ਆ ਪਿਆਜ਼ਾਂ ਦੀ।
ਉਸ ਵੇਲੇ ਰੇਟ ਅਗਰ ਘੱਟ ਹੋਇਆ ਤਾਂ ਜਿਹੜੇ ਜਾਣੀ ਇਹ ਕਿਸਮ ਦਾ ਖਦਸ਼ਾ ਜ਼ਾਹਿਰ ਕੀਤਾ ਹੈ ਕਿਸਾਨ ਜਥੇਬੰਦੀਆਂ ਵੱਲੋਂ, ਪਰ ਜਿਹੜਾ ਕਿ ਠੀਕ ਹੈਗਾ ਆ। ਹੁਣ ਜਿਹੜਾ ਖਰੀਦਦਾਰ ਨੇ ਕੀ ਕਰਨਾ ਹੈ, ਉਹਨੇ ਦੇਖਿਆ ਵੀ ਭਾਅ ਘਟਿਆ ਤੇ ਮੈਂ 20 ਰੁਪਏ 15 ਦੀ ਬਜਾਏ 20 ਦੀ ਬਜਾਏ ਉਹਨੂੰ 15 ਰੁਪਏ ਵਾਰਾ ਖਾਂਦਾ ਆ, ਉਹਨੇ ਜਾਣਬੁੱਝ ਕੇ ਨੁਕਸ ਕੱਢਣੇ ਸ਼ੁਰੂ ਕਰ ਦੇਣੇ ਆ ਜੀ ਉਹਦੇ ਚ, ਵੀ ਕੁਆਲਿਟੀ ਤੇਰੀ ਏ ਨਹੀਂ ਬੀ ਹੈ ਸੀ ਹੈ ਡੀ ਹੈ ਜੀ। ਠੀਕ ਹੈ ਜੀ। ਹੁਣ ਅਗਰ ਭਾਅ ਹੋਇਆ ਤੁਹਾਡਾ ਖਰੀਦ ਵੇਲੇ ਜਦੋਂ ਟਾਈਮ ਆਇਆ ਖਰੀਦਣ ਦਾ, ਭਾਅ ਹੋਇਆ 30 ਰੁਪਏ ਤੇ ਉਹਨੇ ਕੰਟਰੈਕਟ ਕੀਤਾ ਸੀ 20 ਰੁਪਏ ਦਾ, ਤੇ ਉਹਨੂੰ ਕੋਈ ਇਨਸੈਂਟਿਵ ਨਹੀਂ ਮਿਲਣਾ ਕਿਸਾਨ ਨੂੰ ਉਹਦਾ, ਉਹਨੂੰ 20 ਵੇਚਣਾ ਪੈਣਾ। ਇਹ ਹੈਗੀ ਹੈ ਵੀ ਹਾਂ ਚਲੋ ਉਹਨੇ ਕੰਟਰੈਕਟ 20 ਤੇ ਕਰ ਲਿਆ, ਅਗਰ ਵੱਧ ਗਿਆ ਤੇ ਕੋਈ ਗੱਲ ਨਹੀਂ ਉਹ 20 ਤੇ ਰਵੇ, ਪਰ ਅਗਰ ਘਟ ਗਿਆ ਤੇ ਤਾਂ ਵੀ 20 ਤੇ ਰਹਿਣਾ ਚਾਹੀਦਾ। ਇਹਦੀ ਕੀ ਗਰੰਟੀ ਹੈਗੀ ਹੈ ਵੀ ਉਹ ਜਿਹੜਾ ਵਪਾਰੀ ਆ ਉਹ ਨੱਕ ਬੁੱਲ ਨਹੀਂ ਮਾਰੂਗਾ, ਖਾਮ ਖਾਈ ਉਹਦੀ ਕੁਆਲਿਟੀ ਦੀ ਉਹਦੀ ਪ੍ਰੋਡਕਟ ਜਿਹੜੀ ਵੀ ਪ੍ਰੋਡਿਊਸ ਹੈ ਉਹਦੇ ਵਿੱਚ ਨੁਕਸ ਨਹੀਂ ਕੱਢਣੇ ਸ਼ੁਰੂ ਕਰ ਦੂਗਾ ਜੀ। ਇਹ ਦਿੱਕਤ ਹੈਗੀ ਆ। ਪਰ ਇਹਦਾ ਜਿਹੜਾ ਪਲੱਸ ਪੁਆਇੰਟ ਮੈਨੂੰ ਨਜ਼ਰ ਆ ਰਿਹਾ ਬਈ, ਅਗਰ ਕਣਕ ਝੋਨੇ ਨੂੰ ਨਾ ਕਰਨ ਕਿਸਾਨ ਕੰਟਰੈਕਟ ਅਦਰ ਦੈਨ ਇਹ ਜਿਹੜੀਆਂ ਫਸਲਾਂ ਨੇ, ਕਿਉਂਕਿ ਇਹਨਾਂ ਨੂੰ ਮੰਡੀ ਲਿਜਾਣਾ ਬਹੁਤ ਜ਼ਰੂਰੀ ਹੈ ਜੀ, ਮੰਡੀ ਰਹਿਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਪੰਜਾਬ ਤੇ ਹਰਿਆਣੇ ਦੇ ਵਿੱਚ। ਤੇ ਬਾਕੀ ਫਸਲਾਂ ਦਾ ਉਹ ਕੰਟਰੈਕਟ ਫਾਰਮਿੰਗ ਅਗਰ ਇਹ ਸਕਸੈਸਫੁਲ ਹੋ ਜਾਂਦਾ ਮਾਡਲ, ਤਾਂ ਸਾਡਾ ਜਿਹੜਾ ਕਣਕ ਝੋਨੇ ਦੇ ਥੱਲੇ ਰਕਬਾ ਆ ਉਹ ਘਟ ਜਾਊਗਾ ਜੀ, ਤੇ ਬਾਕੀ ਫਸਲਾਂ ਦਾ ਕਿਸਾਨਾਂ ਨੂੰ ਫਾਇਦਾ ਵੀ ਹੋਊਗਾ ਜੀ ਅਗਰ ਕੰਟਰੈਕਟ ਫਾਰਮਿੰਗ ਦੇ ਵਿੱਚ। ਪਰ ਇਹ ਜਿਹੜਾ ਮੈਨੂੰ ਜਿਹੜੀ ਮੈਂ ਗੱਲ ਪਹਿਲਾਂ ਕੀਤੀ ਨਾ ਵੀ ਕਿ ਸਰਕਾਰਾਂ ਨੂੰ ਬਹੁਤ ਸ਼ੈਤਾਨ ਨੇ ਜੀ, ਉਹਨਾਂ ਨੇ ਇਹ ਕਾਨੂੰਨਾਂ ਦੇ ਮਗਰ ਚੇਂਜ ਕਰਕੇ ਲੋਕਾਂ ਨੂੰ, ਕਿਸਾਨਾਂ ਨੂੰ ਮੀਨਸ ਇਹਦੇ ਕਰਕੇ ਤਾਂ ਇਕੱਠੇ ਕਰਤਾ, ਪਰ ਕਿਉਂ ਨਹੀਂ ਸਾਡੇ ਕਿਸਾਨ, ਕਿਉਂ ਨਹੀਂ ਸੁਖਬੀਰ ਬਾਦਲ ਬੋਲਦਾ ਲੋਕ ਸਭਾ 'ਚ ਵੀ ਸਾਨੂੰ ਮੱਕੀ ਦਾ ਤੇ ਜਿਹੜਾ ਹੈਗਾ ਆ ਆਪਣੇ ਮੂੰਗੀ ਜਾਂ ਹੋਰ ਫਸਲਾਂ ਨੇ, ਸੂਰਜਮੁਖੀ ਬੜੀ ਵਧੀਆ ਫਸਲ ਹੈ ਜੀ ਪੰਜਾਬ ਦੇ ਵਿੱਚ, ਤਿਲਾਂ ਆਪਣੀ ਸੂਰਜਮੁਖੀ ਆਪਣੇ ਤੁਹਾਡੇ ਖਾਣ ਵਾਲਾ ਤੇਲ ਬਣਦਾ ਇਹਦੇ ਚੋਂ, ਸਨਫਲਾਵਰ ਆਇਲ ਜਿਹੜਾ ਤੇਲ ਆ ਖਾਣ ਵਾਲਾ ਇੰਡੀਆ ਇੰਪੋਰਟ ਕਰ ਰਿਹਾ ਜੀ ਬਾਹਰੋਂ। ਤੇ ਸਰਕਾਰਾਂ ਦੀ ਪਾਲਿਸੀ ਕੀ ਹੈਗੀ ਆ, ਦਾਲਾਂ ਸਾਡੀਆਂ ਸਰਕਾਰਾਂ ਬਾਹਰੋਂ ਇੰਪੋਰਟ ਕਰ ਰਹੀਆਂ ਨੇ, ਤੇ ਸਾਡਾ ਕਿਸਾਨ ਇਹ ਸਾਰਾ ਕੁਝ ਪੈਦਾ ਕਰ ਸਕਦਾ ਇੰਡੀਆ ਦਾ, ਤੇ ਕਿਉਂ ਨਹੀਂ ਕਰਦੇ ਉਹ? ਕਿਉਂਕਿ ਭਾਅ ਨਹੀਂ ਉਹਨਾਂ ਨੂੰ ਮੰਡੀਆਂ 'ਚ ਮਿਲਦਾ ਜੀ। ਪਾਲਿਸੀ ਪੈਰਾਲਿਸਿਸ ਹੈਗਾ ਜੀ ਇਹ ਵਾਲਾ। ਇੱਕ ਚੀਜ਼ ਵੀਰ ਜੀ ਹੋਰ ਵੀ ਦੇਖਣ ਨੂੰ ਆਈ ਹੈ ਕਿ ਆਪਣੇ, ਜਿਸ ਤਰ੍ਹਾਂ ਕਿ ਮੈਂ ਸ਼ੁਰੂ 'ਚ ਗੱਲ ਕੀਤੀ ਸੀ, ਜਿਹੜੇ ਸਿਰ ਕੱਢ ਲੀਡਰ ਨੇ ਜਾਂ ਜਿਨ੍ਹਾਂ ਨੂੰ ਅਸੀਂ ਆਪਣਾ ਨਾਇਕ ਦਾ ਰੁਤਬਾ ਦੇ ਕੇ ਬੈਠੇ ਹੋਏ ਹਾਂ, ਸਾਡੇ ਜਿਹੜੇ ਪੌਪ ਸਿੰਗਰ ਨੇ ਦਲੇਰ ਮਹਿੰਦੀ ਵਰਗੇ, ਹੰਸਰਾਜ ਹੰਸ ਵਰਗੇ, ਜਾਂ ਸਾਡਾ ਜਿਹੜਾ CM ਹੈ, ਕੈਪਟਨ ਹੈ, ਜਾਂ ਸੁਖਬੀਰ ਬਾਦਲ ਹੈ, ਇਹਨਾਂ ਵਿੱਚੋਂ ਕੋਈ ਵੀ ਆਪਣੇ ਕਿਸਾਨਾਂ ਦੇ ਹੱਕਾਂ ਵਾਸਤੇ ਨਿੱਤਰ ਕੇ ਨਹੀਂ ਆਇਆ, ਉਲਟਾ ਉਹਨਾਂ ਨੂੰ ਉਹਨਾਂ ਦਾ ਵਿਰੋਧ ਹੀ ਕਰ ਰਿਹਾ ਹੈ। ਕਿਸਾਨਾਂ ਦਾ ਵਿਰੋਧ ਕਰਕੇ ਮੋਦੀ ਦੇ ਚਹੇਤੇ ਬਣਨ ਦੀ ਕੋਸ਼ਿਸ਼ ਜ਼ਿਆਦਾ ਕੀਤੀ ਜਾ ਰਹੀ ਹੈ। ਇਹਦਾ ਕੀ ਰੀਜ਼ਨ ਹੈ ਵੀਰੇ? ਇਹਦੇ 'ਚ ਦੇਖੋ ਹੰਸਰਾਜ ਉਹਨੀ ਤਾਂ ਮੇਨਸ, ਹੰਸਰਾਜ ਨੇ ਤਾਂ ਹੁਣ ਦੇਣੀ ਉਹਨੂੰ ਪੰਜਾਬ ਵਾਲਿਆਂ ਨੇ ਨਹੀਂ ਕਹਿ ਲਓ ਘਾਹ ਪਾਇਆ, ਕਿਉਂਕਿ 2-3 ਚੋਣਾਂ, ਇੱਕ ਚੋਣ ਲੜਿਆ ਉਹ ਤੇ ਉਹ ਹਾਰ ਗਿਆ ਜੀ ਅਕਾਲੀਆਂ ਵੱਲੋਂ। ਫਿਰ ਉਹ ਕਾਂਗਰਸ ਚਲਾ ਗਿਆ, ਕੈਪਟਨ ਨੇ ਉਹਨੂੰ ਰਾਜ ਸਭਾ ਦਾ MP ਬਣਾਉਣ ਦਾ ਪਲਾਨ ਬਣਾਇਆ ਸੀਗਾ, ਉਹ ਵੀ ਪਾਣੀ ਫਿਰ ਗਿਆ ਜੀ। ਹੁਣ ਉਹ ਦਿੱਲੀ ਜਾ ਕੇ ਜਿੱਤਿਆ, ਤੇ ਉਹ ਦਿੱਲੀ ਜਾ ਕੇ ਤਾਂ ਹੰਸਰਾਜ ਹੁਣ ਦਿੱਲੀ ਦੀ ਉਹ ਬੋਲੀ ਬੋਲੂਗਾ ਜੀ। ਰਾਈਟ, ਠੀਕ ਹੈ ਜੀ। ਨਾਲੇ ਉਹਨੂੰ ਆਈ ਡੋਂਟ ਕੰਸੀਡਰ ਹਿਮ ਐਨੀ ਸੀਰੀਅਸ ਪੋਲੀਟੀਸ਼ੀਅਨ, ਤੇ ਉਹਨੂੰ ਇੱਲ ਤੇ ਕੁੱਕੜ ਨਹੀਂ ਪਤਾ ਜੀ, ਨਾ ਉਹਨੂੰ ਕੋਈ ਇਤਿਹਾਸ ਦਾ ਪਤਾ, ਨਾ ਉਹਨੂੰ ਸਿਆਸਤ ਦਾ ਪਤਾ ਜੀ। ਜੀ ਹਾਂ। ਦਲੇਰ ਮਹਿੰਦੀ ਉਹਦਾ ਹੁਣ ਕੁੜਮੇ ਆ ਜੀ, ਉਹਦੀ ਕੁੜੀ ਇਹਦੇ ਮੁੰਡੇ ਨਾਲ ਵਿਆਹੀ ਹੈ ਜੀ, ਦਲੇਰ ਮਹਿੰਦੀ ਦੀ ਕੁੜੀ। ਹਾਂਜੀ ਜੀ। ਉਹ ਦੱਸ ਕਹਿ ਰਿਹਾ ਮੈਂ ਮੋਦੀ ਦਾ ਧੰਨਵਾਦ ਕਰਦਾ, ਮੈਂ ਫਲਾਣਾ ਕਰਦਾ, ਮੈਂ ਫਸਲਾਂ ਬੀਜਦਾ, ਮੈਂ ਆਹ ਬੀਜਦਾ, ਪਤਾ ਨਹੀਂ ਕਿੱਥੇ ਬੀਜਦਾ ਨਹੀਂ ਬੀਜਦਾ ਜੀ। ਬਸ ਉਹ ਫਿਰ ਮੋਦੀ ਦੇ ਹੱਕ 'ਚ, ਅੱਜ ਮੈਂ ਕੰਗਣਾ ਰਣੌਤ ਆ, ਉਹ ਦੇਖੋ ਉਹਦੇ ਹੱਕ 'ਚ ਖੜੀ ਆ ਵੀ ਇਹ ਸਾਰੇ ਅੱਤਵਾਦੀ ਨੇ ਜਿਹੜੇ ਇਹ ਧਰਨੇ ਦੇ ਰਹੇ ਨੇ ਜੀ। ਇਹ ਚੀਪ ਕਹਿ ਲਓ ਟੈਕਟਿਸ ਹੁੰਦੇ ਨੇ ਇਹ ਪੋਪੂਲੈਰਿਟੀ ਲੈਣ ਦੇ, ਵੀ ਤਕੜੇ ਦਾ ਸੱਤੀ ਆਪਾਂ ਜਿਹੜਾ ਹੈ ਨਾ 20 ਵੀ ਤਕੜੇ ਬੰਦੇ ਦੀ ਹਾਂ 'ਚ ਹਾਂ ਮਿਲਾਓ। ਤੇ ਇਹਨਾਂ ਨੂੰ ਜਾਨੀ ਦਲੇਰ ਮਹਿੰਦੀ ਦਾ ਵਜੂਦ ਕੀ ਆ ਜੀ ਪੰਜਾਬ ਦੇ ਵਿੱਚ? ਕੋਈ ਨਾ ਹੰਸਰਾਜ ਨਾ ਦਲੇਰ ਮਹਿੰਦੀ, ਇਹ ਜਾਨੀ ਖਤਮ ਹੋ ਗਏ ਜੀ। ਇਹ ਗਾਇਕੀ ਵਾਲੀ ਵੀ ਉਹਦੇ ਵਿੱਚੋਂ ਜਿਹੜੇ ਪੰਜਾਬ ਦੇ ਸਿੰਗਰ ਨੇ ਉਹਨਾਂ ਚੋਂ ਇਹਨੇ ਦੇਖੋ ਬੱਬੂ ਮਾਨ ਨੇ ਬੜੇ ਸੋਹਣੇ, ਉਹ ਕਿਉਂਕਿ ਟਾਈਮ ਟੂ ਟਾਈਮ ਉਹ ਕਮੈਂਟ ਕਰਦਾ ਰਹਿੰਦਾ ਜਿਹੜੀ ਵੀ ਸਿਚੁਏਸ਼ਨ ਬਣਦੀ ਹੈ, ਭਾਵੇਂ ਉਹ ਡੇਰਾਵਾਦ ਹੋਵੇ। ਢੱਡਰੀਆਂ ਵਾਲਿਆਂ ਤੇ ਵੀ ਇੱਕ ਵਾਰੀ ਬਾਬਾ ਨਾਨਕ ਸੀ ਗਾਇਆ, ਉਹ ਉਸ ਵੇਲੇ, ਅੱਜ ਤੋਂ 10-12 ਸਾਲ ਪੁਰਾਣੀ ਗੱਲ ਹੈ, 10 ਸਾਲ। ਫਿਰ ਆ ਹੁਣ ਵੀ ਉਹਨੇ ਬੜਾ ਸੋਹਣਾ ਕਿਹਾ ਹੈਗਾ, ਜਾਨੀ ਆਪਣੀ ਕਵਿਤਾ ਦੇ ਰਾਹੀਂ ਪੇਸ਼ਕਸ਼, ਜਾਨੀ ਆਪਣੀ ਪ੍ਰੈਜ਼ੈਂਟ ਕੀਤਾ ਉਹਨੇ ਆਪਣੇ ਆਪ ਨੂੰ ਕਿਸਾਨਾਂ ਦੇ ਹੱਕ ਦੇ ਵਿੱਚ। ਦੀਪ ਸਿੱਧੂ ਐਕਟਰ ਆ ਨਵਾਂ, ਜਾਨੀ ਨਵਾਂ ਹੀ ਐਕਟਰ ਹੈ ਜੀ ਦੀਪ ਸਿੱਧੂ, ਉਹ ਕਿਸਾਨਾਂ ਦੇ ਹੱਕ ਦੇ ਵਿੱਚ ਆਇਆ, ਤੇ ਬਾਕੀਆਂ ਨੇ ਵੀ ਸਪੋਰਟ ਕਿਸਾਨਾਂ ਨੂੰ ਦਿੱਤੀ ਹੈ ਜੀ ਇਹਦੇ ਵਿੱਚ। ਰਾਈਟ। ਜਿਹੜੀ ਅੱਗੇ ਪੋਲੀਟੀਸ਼ੀਅਨਸ ਦੀ ਗੱਲ, ਹੁਣ ਦੇਖੋ ਹਰਸਿਮਰਤ ਬਾਦਲ ਦਾ ਮੈਨੂੰ ਹਾਸਾ ਆਉਂਦਾ ਜੀ, ਸਾਰਾ ਤਾਂ ਨਾਂ ਸੁਣ ਕੇ ਹੀ ਹਾਸਾ ਆ ਜਾਂਦਾ, ਨਾਂ ਸੁਣ ਕੇ ਹਾਸਾ ਆ ਜਾਂਦਾ ਆ। ਅਖੇ ਜੀ ਵੀ ਕਿਸਾਨਾਂ ਦੇ ਸ਼ੰਕੇ ਦੂਰ ਨਹੀਂ ਹੋਏ। ਉਹਨੇ ਕੀ ਆ, ਬੰਦੂਕ ਚਲਾ ਰਹੀ ਆ ਉਹ ਕਿਸਾਨਾਂ ਦੇ ਮੋਢੇ ਤੇ ਰੱਖ ਕੇ, ਵੀ ਅਸੀਂ ਤਾਂ ਕਨਵਿੰਸ ਆ। ਜਦੋਂ ਉਹਦਾ ਮੈਂ ਇੱਥੇ ਬਿਆਨ ਮੇਰੇ ਕੋਲ ਸੇਵ ਕੀਤਾ ਪਿਆ ਕਿਤੇ, ਉਹ ਕੀ ਕਹਿ ਰਹੀ ਹੈ, ਕਿਸਾਨਾਂ ਦੇ ਸ਼ੰਕੇ ਦੂਰ ਨਹੀਂ ਹੋਏ, ਵੀ ਸਾਨੂੰ ਕੋਈ ਸ਼ੰਕਾ ਨਹੀਂ ਗਾ, ਸ਼ੰਕੇ ਕਿਸਾਨਾਂ ਨੂੰ ਨੇ ਬਿੱਲਾਂ ਦੇ ਬਾਰੇ। ਕੀ ਨੌਨਸੈਂਸ ਬਿਆਨ ਹੈ ਜੀ ਇਹ, ਵੀ ਕਿਸਾਨਾਂ ਦੇ ਸ਼ੰਕੇ ਦੂਰ ਨਹੀਂ ਹੋਏ?
ਮੈਂ ਖੇਤੀਬਾੜੀ ਪਰਿਵਾਰ ਚੋਂ ਆ, ਸਾਡੇ ਵੀ ਜ਼ਮੀਨਾਂ ਨੇ, ਅਸੀਂ ਵੀ ਖੇਤੀ ਕਰਦੇ ਹਾਂ, ਤੇ ਤੁਹਾਨੂੰ ਕੋਈ ਸ਼ੰਕਾ ਨਹੀਂਗਾ, ਕਿਸਾਨਾਂ ਨੂੰ ਵੀ ਸ਼ੰਕੇ ਨੇ ਜੀ, ਇਹਨਾਂ ਨੂੰ ਪੁੱਛੀਏ। ਔਰ ਇਹ ਬਾਦਲ ਪਰਿਵਾਰ ਦੇਖੋ, ਤਿੰਨੇ ਜਾਣੇ ਇਹ ਆ ਕਾਨੂੰਨ ਤਾਂ ਚਲੋ ਹੁਣ ਇਹ ਬਣੇ ਨੇ, ਜਦੋਂ ਇਹ ਆਰਡੀਨੈਂਸ ਆਇਆ ਸੀਗਾ ਜੀ 5 ਆਪਣੇ ਜੂਨ ਨੂੰ ਜੀ, ਆਰਡੀਨੈਂਸ ਦਾ ਕੀ ਮਤਲਬ ਹੈ, ਇਹਦੇ ਬਾਰੇ ਵੀ ਮੈਨੂੰ ਕੁਇਕਲੀ ਗੱਲ ਕਰ ਲੈਣੀ ਚਾਹੀਦੀ ਹੈ ਜੀ। ਆਰਡੀਨੈਂਸ ਹੁੰਦਾ ਹੈਗਾ ਵੀ ਇੱਕ ਹੁੰਦਾ ਵੀ ਕਾਨੂੰਨ ਪ੍ਰੋਪਰ ਲੈ ਕੇ ਆਉਣਾ, ਜਦੋਂ ਲੋਕ ਸਭਾ ਸੈਸ਼ਨ ਚੱਲਦਾ ਆ ਉਹਦੇ ਵਿੱਚ ਬਿੱਲ ਇੰਟਰੋਡਿਊਸ ਕਰਨਾ, ਉਹਦੇ ਤੇ ਡਿਸਕਸ਼ਨ ਹੋਣੀ, ਡਿਬੇਟ ਹੋਣੀ ਤੇ ਫਿਰ ਵੋਟਿੰਗ ਹੋਣੀ। ਆਰਡੀਨੈਂਸ ਹੁੰਦਾ ਵੀ ਜਦੋਂ ਪਾਰਲੀਮੈਂਟ ਸੈਸ਼ਨ ਦੇ ਵਿੱਚ ਨਹੀਂ ਹੈਗਾ, ਪਾਰਲੀਮੈਂਟ ਸੈਸ਼ਨ ਬੰਦ ਆ, ਤੇ ਕੋਈ ਇਹੋ ਜਿਹਾ ਕਾਨੂੰਨ ਤੁਹਾਨੂੰ ਇਹੋ ਜਿਹੀ ਆਫਤ ਆਣ ਪਈ, ਇਹੋ ਜਿਹੀ ਲੋੜ ਆਣ ਪਈ, ਮਜਬੂਰੀ ਬਣ ਗਈ ਕਿ ਤੁਹਾਨੂੰ ਇਹ ਕਾਨੂੰਨ ਲਿਆਉਣਾ ਹੀ ਪੈਣਾ, ਬਿਨਾਂ ਪਾਰਲੀਮੈਂਟ ਸੈਸ਼ਨ ਤੋਂ ਬਿਨਾਂ ਲਿਆਉਣਾ ਪੈਣਾ ਜੀ ਇਹਨੂੰ। ਠੀਕ ਆ, ਤੁਸੀਂ ਲੈ ਆਓ। ਐਡੀ ਕਿੱਡੀ ਵੱਡੀ ਆਫਤ ਸੀਗੀ ਜੀ ਇਹ 3 ਆਰਡੀਨੈਂਸ, ਜਿਹੜੇ 3 ਇਹ ਕਾਨੂੰਨ ਬਣਾਤੇ ਨੇ। ਤੇ ਉਹ ਅੱਗੋਂ ਕੀ ਹੁੰਦਾ ਜੀ, ਜਦੋਂ ਵੀ ਤੁਸੀਂ ਇਹ ਆਰਡੀਨੈਂਸ ਲੈ ਆਂਦਾ ਤੇ ਉਹਨੇ ਅਲਟੀਮੇਟਲੀ ਡਿਬੇਟ ਹੋਣੀ ਆ ਪਾਰਲੀਮੈਂਟ ਦੇ ਵਿੱਚ ਇਹਦੇ ਉੱਤੇ। ਇੰਨੀ ਕਾਹਲੀ ਬੀਜੇਪੀ ਨੂੰ, ਉਹ ਡਿਬੇਟ ਕਿਵੇਂ ਹੁੰਦੀ ਹੈ, ਜਿਵੇਂ ਇਹਨਾਂ ਨੇ 5 ਜੂਨ ਨੂੰ ਇਹ ਆਰਡੀਨੈਂਸ 3 ਜਿਹੜੇ ਸੀ ਅਨਾਉਂਸ ਕਰਤੇ ਜੀ। ਕਾਨੂੰਨ ਇਹ ਕਹਿੰਦਾ ਵੀ ਜਿਹੜਾ ਵੀ ਨੈਕਸਟ ਪਾਰਲੀਮੈਂਟ ਸੈਸ਼ਨ ਆਊਗਾ ਜੂਨ ਤੋਂ ਬਾਅਦ, ਜਿਵੇਂ ਹੁਣ ਮੌਨਸੂਨ ਸੈਸ਼ਨ ਸੀਗਾ ਜੀ, ਵੀ ਉਹਦੇ ਵਿੱਚ ਇਹਦੀ ਡਿਸਕਸ਼ਨ ਹੋਊਗੀ ਜੀ, ਤੇ ਯਾਨੀ ਉਹਦੇ ਚ ਤੁਹਾਨੂੰ ਪਾਰਲੀਮੈਂਟ ਦੇ ਫਲੋਰ ਤੇ ਲਿਆਉਣਾ ਪੈਣਾ ਇਹਨੂੰ, ਤੇ ਡਿਸਕਸ਼ਨ ਹੋਣੀ ਹੈ। ਡਿਸਕਸ਼ਨ ਚਲੋ ਪਾਰਲੀਮੈਂਟ ਚ ਤਾਂ ਮੋਦੀ ਨੂੰ ਕੋਈ ਦਿੱਕਤ ਸੀਗੀ ਨਹੀਂ ਜੀ, ਰਾਜ ਸਭਾ ਦੇ ਵਿੱਚ ਸੀਗੀ, ਉੱਥੇ ਵੀ ਉਹ ਆਪਣਾ ਜੁਗਾੜ ਕਰ ਗਿਆ, ਔਰ ਗੁੰਡਾਗਰਦੀ ਹੋਈ ਹੈ ਜੀ ਰਾਜ ਸਭਾ ਦੇ ਵਿੱਚ। ਕੋਈ ਇਹਦੇ ਤੇ ਡਿਬੇਟ ਨਹੀਂ ਹੋਈ, ਕੋਈ ਕੋਵਿਡ ਕਰਕੇ ਘਰ ਬਹਿ ਗਿਆ, ਕੋਈ ਵੈਸੇ ਹੀ ਘਰੇ ਬਿਠਾਤਾ, ਕੋਈ ਜਾਣਬੁੱਝ ਕੇ ਹੀ ਨਹੀਂ ਗਿਆ, ਤੇ ਉੱਥੇ ਧੱਕੇ ਦੇ ਨਾਲ ਇਹ ਕਾਨੂੰਨ ਬਣ ਗਏ ਨੇ ਜੀ। ਤੇ ਕੈਪਟਨ ਉਹਨੀ ਮੀਨਸ ਆ, ਹੁਣ ਇਹੀ ਡਾਕਟਰ, ਮੈਂ ਇੱਕ ਦਿਨ ਪੋਸਟ ਵੀ ਪਾਈ ਸੀ, ਅਗਰ ਪੰਜਾਬ ਦੇ ਜਿਹੜੇ ਹੈਗੇ ਨੇ ਨਾ ਪੰਜਾਬੀਆਂ ਦੇ ਹੱਕ, ਉਹਨਾਂ ਨੂੰ ਅਗਰ ਪ੍ਰੋਪਰਲੀ ਕੋਈ ਬੰਦਾ ਰੱਖ ਸਕਦਾ, ਹੁਣ ਭਗਵੰਤ ਮਾਨ ਆ, ਉਹ ਵੀ ਉੱਥੇ ਯਾਨੀ ਹਾਸਾ ਮਜ਼ਾਕ ਕੇ ਕਰਕੇ ਆ ਜਾਂਦਾ ਆ, ਹੀ ਇਜ਼ ਅ ਨਾਨ ਸੀਰੀਅਸ ਪੋਲੀਟੀਸ਼ੀਅਨ, ਮੀਨਸ ਉਹਦਾ ਪੇਸ਼ਾ ਵੀ ਆ, ਪਰ ਉਹ ਹਲੇ ਵੀ ਉਵੇਂ ਚੱਲਦਾ ਜੀ। ਉਹ ਉੱਥੇ ਸਿਰਫ 2 ਬੰਦੇ ਸੀ ਜਿਹੜੇ ਪੰਜਾਬ ਦੀ ਇਸ ਮੰਗ ਨੂੰ ਖਾਸ ਕਰਕੇ, ਜਿਹੜਾ ਕਿਸਾਨਾਂ ਵਾਲਾ, ਜਿਹੜਾ ਚੰਗੀ ਤਰ੍ਹਾਂ ਪ੍ਰੈਜ਼ੈਂਟ ਕਰ ਸਕਦੇ ਸੀਗੇ, ਡਾਕਟਰ ਧਰਮਵੀਰ ਗਾਂਧੀ ਜਾਂ ਸੁਖਪਾਲ ਖਹਿਰਾ। ਦੋਵੇਂ ਲੋਕ ਸਭਾ ਚੋਣ ਲੜੇ 2019 ਦੀ, ਤੇ ਦੋਵੇਂ ਹਾਰੇ ਜੀ। ਔਰ ਜਿਹੜੇ ਇਹਨਾਂ ਦੀ ਜਗ੍ਹਾ ਭੇਜੇ ਨੇ ਇਹਨਾਂ ਨੇ, ਹਰਸਿਮਰਤ ਕੌਰ ਬਾਦਲ ਭੇਜੀ ਆ, ਕਿਉਂਕਿ ਖਹਿਰਾ ਸਾਹਿਬ ਬਠਿੰਡੇ ਤੋਂ ਲੜੇ ਸੀ, ਉਹਨੂੰ ਹਲੇ ਤੱਕ ਕਲੀਅਰ ਨਹੀਂ ਹੈ, ਉਹ ਕਿਸਾਨਾਂ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਰਹੀ ਹੈ। ਜਿਹੜੀ ਪਰਨੀਤ ਕੌਰ ਆ, ਜਿਹੜੀ ਪਟਿਆਲੇ ਤੋਂ ਜਿੱਤਦੇ ਨੇ, ਤੇ ਡਾਕਟਰ ਗਾਂਧੀ ਜਿੱਥੇ ਹਾਰਦੇ ਨੇ, ਹਾਲਾਂਕਿ ਵੋਟ ਚੰਗੀ ਪੈ ਗਈ ਸੀ ਡਾਕਟਰ ਗਾਂਧੀ ਨੂੰ। ਪਰਨੀਤ ਕੌਰ ਦਾ ਮੈਂ ਅੱਜ ਤੱਕ ਬਿਆਨ ਨਹੀਂ ਸੁਣਿਆ ਇਸ ਮੁੱਦੇ ਦੇ ਉੱਤੇ। ਪਾਰਲੀਮੈਂਟਸ ਦਾ ਕੀ ਸੁਣਨਾ ਆ, ਯਾਨੀ ਆਫ ਪਾਰਲੀਮੈਂਟ ਕਿਤੇ ਵੀ ਕਿਧਰ ਉਹਨਾਂ ਦੀ ਕੋਈ ਸਟੇਟਮੈਂਟ ਵੀ ਨਹੀਂ ਆਈ ਨਾ, ਮੈਂ ਕਿਤੇ ਉਹਨਾਂ ਦੀ ਕੋਈ ਐਕਟੀਵਿਟੀ ਇਸ ਸੰਦਰਭ ਦੇ ਵਿੱਚ ਮੈਂ ਨਹੀਂ ਵੇਖੀ ਜੀ। ਤੇ ਇਹ ਤਰਾਸਦੀ ਆ ਲੋਕਾਂ ਦੀ, ਜਿਹੜੇ ਬੰਦੇ ਸਹੀ ਨੇ ਉਹਨਾਂ ਨੂੰ ਤੁਸੀਂ ਹਰਾ ਕੇ ਘਰੇ ਬਿਠਾ ਦਿੰਦੇ ਹੋ, ਭਾਵੇਂ ਉਹ ਇੰਡੀਪੈਂਡੈਂਟ ਲੜ ਰਹੇ ਸੀਗੇ, ਕੋਈ ਵੱਡਾ ਪਲੇਟਫਾਰਮ ਪੋਲੀਟੀਕਲ ਨਹੀਂ ਸੀ ਡਾਕਟਰ ਗਾਂਧੀ ਕੋਲ ਜਾਂ ਖਹਿਰੇ ਕੋਲ, ਬਟ ਸਟਿਲ ਅਗਰ ਉਹ ਜਾਂਦੇ ਤਾਂ ਠੋਕ ਵਜਾ ਕੇ ਗੱਲ ਕਰਦੇ ਜੀ। ਔਰ ਜਿਹੜੇ ਤੁਸੀਂ ਭੇਜੇ ਨੇ ਤੇ ਤੁਹਾਡੇ ਸਾਹਮਣੇ ਨੇ ਜੀ। ਇਹ ਸੁਖਵੀਰ ਬਾਦਲ ਆ, 2 ਲੱਖ ਵੋਟਾਂ ਤੋਂ ਵੱਧ ਨਾ ਜਿੱਤੇ ਜੀ ਉਹ। ਸੁਖਵੀਰ ਬਾਦਲ ਆ 3 ਮਹੀਨੇ ਪ੍ਰਮੋਟ ਕਰਦਾ ਰਿਹਾ ਬਿੱਲ, ਕਿਸਾਨਾਂ ਦੇ ਹੱਕਾਂ 'ਚ ਆ, ਕੈਪਟਨ ਗੁੰਮਰਾਹ ਕਰ ਰਿਹਾ ਆ, ਕੈਪਟਨ ਦੀ ਬੀ ਟੀਮ ਆਮ ਆਦਮੀ ਪਾਰਟੀ ਆ ਪੰਜਾਬ ਦੇ ਵਿੱਚ, ਉਹ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ, ਤੇ ਹੁਣ ਆਲ ਆਫ ਏ ਸਡਨ ਯੂ ਟਰਨ ਮਾਰ ਗਏ ਜੀ ਇਹ। ਅੱਛਾ, ਹੁਣ ਇੱਕ ਮੈਂ ਹੋਰ ਤੁਹਾਨੂੰ ਇਹਦੀ ਪੋਲੀਟੀਕਲ ਇੰਪਲੀਕੇਸ਼ਨ ਦੱਸ ਦਿੰਦਾ। ਅਕਾਲੀਜ਼ ਦੇ ਆਰ ਇਨ ਹੌਟ ਵਾਟਰ ਵਿਦ ਰਿਸਪੈਕਟ ਟੂ ਅਪਕਮਿੰਗ ਜਿਹੜੀ ਵਿਧਾਨ ਸਭਾ ਚੋਣ ਆ ਜੀ ਪੰਜਾਬ ਦੀ 2022 ਚ। ਕਾਨੂੰਨ ਪਾਸ ਹੋ ਗਿਆ ਹੈ, ਇਹਨਾਂ ਨੇ ਰਿਜ਼ਾਈਨ ਕਰਤਾ, ਬਹੁਤ ਵਧੀਆ। ਹਰਸਿਮਰਤ ਕੌਰ ਬਾਦਲ ਨੇ ਆਪਣਾ ਮੰਤਰੀ ਪਦ ਛੱਡਤਾ ਉਹਨੇ ਜੀ, ਆਪਣੀ ਮਿਨਿਸਟਰਸ਼ਿਪ। ਫੂਡ ਪ੍ਰੋਸੈਸਿੰਗ ਮੰਤਰੀ ਹੈ ਹਾਲਾਂਕਿ, ਔਰ ਕੁਦਰਤੀ ਮੇਰੀ ਲਾਈਨ ਵੀ ਫੂਡ ਸਾਇੰਸ ਫੂਡ ਪ੍ਰੋਸੈਸਿੰਗ ਆ, ਪਰ ਚਲੋ ਮੈਂ ਕੱਖ ਵੀ ਨਹੀਂ ਕੀਤਾ ਜੀ ਉਹਨੇ, ਪਰ ਇਹ ਵੱਖਰਾ ਵਿਸ਼ਾ ਹੈ। ਠੀਕ ਹੈ ਜੀ। ਹੁਣ ਅਕਾਲੀ ਦਲ ਇਹ ਸਪਸ਼ਟ ਕਰਨ, ਕਿਉਂਕਿ ਅਕਾਲੀ ਦਲ ਭਾਈਵਾਲੀ ਦੇ ਨਾਲ ਚੋਣ ਲੜਦੇ ਨੇ ਗੱਠਜੋੜ ਬਣਾ ਕੇ ਬੀਜੇਪੀ ਦੇ ਨਾਲ 1997 ਤੋਂ ਔਨਵਰਡਸ। ਹੁਣ ਕਾਨੂੰਨ ਪਾਸ ਹੋ ਚੁੱਕੇ ਨੇ, ਅਸਤੀਫਾ ਤੁਸੀਂ ਦੇਤਾ ਉਹਦੇ ਰੋਸ ਦੇ ਵਜੋਂ। ਕੀ ਅਕਾਲੀ ਦਲ 2022 ਦੀ ਚੋਣ ਬੀਜੇਪੀ ਦੇ ਨਾਲ ਮਿਲ ਕੇ ਲੜੂਗਾ ਕਿ ਨਹੀਂ ਲੜੂਗਾ ਪੰਜਾਬ 'ਚ? ਮੰਨ ਲੈਂਦੇ ਆ ਨਹੀਂ ਲੜੂਗਾ, ਕਹਿ ਦਿੰਦਾ ਸੁਖਬੀਰ ਬਾਦਲ ਅਸੀਂ ਨਹੀਂ ਲੜਨੀ। ਕੀ ਚੋਣਾਂ ਪੋਸਟ ਪੋਲ ਅਲਾਇੰਸ ਬਣ ਸਕਦਾ ਕਿ ਨਹੀਂ ਬਣ ਸਕਦਾ ਅਗਰ ਸਿਨੈਰੀਓ ਬਣਿਆ ਕਿ ਬੀਜੇਪੀ ਅਲੱਗ-ਅਲੱਗ ਚੋਣ ਲੜੇ, ਬੀਜੇਪੀ ਤੇ ਅਕਾਲੀ ਪੰਜਾਬ 'ਚ? ਹਾਲਾਂਕਿ ਪਿਛਲੇ 5-6 ਸਾਲ ਤੋਂ ਇਹ ਆਵਾਜ਼ ਟਾਈਮ ਟੂ ਟਾਈਮ ਉੱਠਦੀ ਰਹੀ ਹੈ ਵੀ ਦੋਨਾਂ ਦਾ ਗੱਠ 9 ਮਾਸ ਦਾ ਰਿਸ਼ਤਾ ਜਿਹਨੂੰ ਕਹਿੰਦੇ ਨੇ ਬਾਦਲ ਸਾਹਿਬ, ਵੀ ਇਹ ਟੁੱਟ ਸਕਦਾ ਹੈ ਰਿਸ਼ਤਾ। ਚਲੋ ਟੁੱਟ ਗਿਆ। ਚੋਣਾਂ ਤੋਂ ਬਾਅਦ ਅਗਰ ਅਕਾਲੀ, ਫਰਜ਼ ਕਰੋ ਅਕਾਲੀ 30 ਸੀਟਾਂ ਲੈ ਗਏ ਇਕੱਲੇ ਲੜ ਕੇ, 30 ਸੀਟਾਂ ਬੀਜੇਪੀ ਲੈ ਗਈ, ਜਾਂ 35 ਅਕਾਲੀ ਲੈ ਗਏ, 25 ਬੀਜੇਪੀ ਲੈ ਗਈ, 59 ਸੀਟਾਂ ਚਾਹੀਦੀਆਂ ਨੇ ਤੁਹਾਡੀਆਂ ਦੋਵਾਂ ਦੀਆਂ ਬਣਦੀਆਂ ਨੇ ਸੀਟਾਂ, ਤੇ ਕੀ ਤੁਸੀਂ ਪੋਸਟ ਪੋਲ ਅਲਾਇੰਸ ਕਰੋਗੇ ਕਿ ਨਹੀਂ ਕਰੋਗੇ? ਇਹ ਸਵਾਲ ਪੁੱਛਣਾ ਚਾਹੀਦਾ ਸੁਖਬੀਰ ਬਾਦਲ ਨੂੰ, ਵੀ ਜਦ ਤੱਕ ਇਹ ਕਾਨੂੰਨ ਮੋਦੀ ਵਾਪਸ ਨਹੀਂ ਲੈਂਦਾ, ਨਾ ਅਸੀਂ ਪ੍ਰੀ ਪੋਲ ਅਲਾਇੰਸ ਕਰਾਂਗੇ ਬੀਜੇਪੀ ਨਾਲ ਪੰਜਾਬ 'ਚ, ਨਾ ਅਸੀਂ ਪੋਸਟ ਪੋਲ ਕਰਾਂਗੇ। ਇੱਕ ਐਕਟ ਹੋਰ ਰਹਿ ਗਿਆ ਜੀ, ਬੜਾ ਇੰਪੋਰਟੈਂਟ ਆ, ਉਹਦੇ ਕਰਕੇ ਸਾਰੇ ਹਿੰਦੁਸਤਾਨ ਨੂੰ ਬਾਹਰ ਆਉਣਾ ਚਾਹੀਦਾ ਸੀ ਜੀ, ਜਿਹੜੇ ਅੱਜ ਸਿਰਫ ਕਿਸਾਨ ਆਏ ਨੇ। ਉਹ ਹੈਗਾ ਜੀ ਐਸੈਂਸ਼ੀਅਲ ਕਮੋਡਿਟੀ ਐਕਟ। ਉਹਦਾ ਕਿਸਾਨੀ ਨਾਲ ਕੁਝ ਖਾਸ ਲੈਣਾ ਦੇਣਾ ਨਹੀਂਗਾ।
ਆਮ ਲੋਕਾਂ ਦੇ ਨਾਲ ਲੈਣ ਦੇਣੇ ਆ, ਤੇ ਸਭ ਤੋਂ ਖਤਰਨਾਕ ਕਾਨੂੰਨ ਉਹ ਬਣਾਤਾ ਜੀ ਇਹਨਾਂ ਨੇ। ਤੇ ਮੈਂ ਇਹਨੂੰ ਕਹੂੰਗਾ ਵੀ ਇਹਨਾਂ ਨੇ ਜਿਹੜੀ ਹੋਰਡਿੰਗ ਹੈਗੀ ਆ ਨਾ, ਹੋਰਡਿੰਗ, ਰਾਈਟ, ਜਮਾਖੋਰੀ ਜਿਹੜੇ ਇਹ ਖਾਣ ਪੀਣ ਦੇ ਸਮਾਨ ਦੇ ਜਮਾ, ਜਿਵੇਂ ਪਿਆਜ਼ਾਂ ਕਰਕੇ ਦੇਖੋ ਇੰਡੀਆ 'ਚ ਸਰਕਾਰਾਂ ਵੀ ਬਦਲੀਆਂ ਨੇ ਜੀ, ਸੂਬਿਆਂ ਦੀਆਂ। ਦਿੱਲੀ ਦੇ ਵਿੱਚ ਸਰਕਾਰ ਇੱਕ ਵਾਰੀ ਬਦਲੀ ਆ, ਮੈਨੂੰ ਯਾਦ ਹੈ ਜੀ, ਸ਼ਾਇਦ 1998 ਦੀ ਗੱਲ ਆ, ਇਹ ਸੁਸ਼ਮਾ ਸਵਰਾਜ ਹੁੰਦੀ ਸੀ ਉਦੋਂ ਜੀ ਹਾਂ। ਤੇ ਉਹ ਕਾਨੂੰਨ ਕੀ ਹੈ ਜੀ? ਉਹ ਕਾਨੂੰਨ ਹੈਗਾ ਐਸੈਂਸ਼ੀਅਲ ਕਮੋਡਿਟੀ ਐਕਟ। ਐਸੈਂਸ਼ੀਅਲ ਕਮੋਡਿਟੀ ਐਕਟ ਬਣਾਇਆ ਗਿਆ ਸੀਗਾ ਜੀ 1955 ਦੇ ਵਿੱਚ, ਉਦੋਂ ਜਦੋਂ ਇੰਡੀਆ ਚਲੋ ਆਜ਼ਾਦੀ ਤੋਂ ਬਾਅਦ ਦਾ ਟਾਈਮ ਸੀਗਾ। ਤੇ ਉਦੋਂ ਆਪਾਂ ਕਣਕ ਚੌਲ ਵਗੈਰਾ ਨਾ, ਖਾਸ ਕਰਕੇ ਕਣਕ, ਇੰਡੀਆ ਦੇ ਵਿੱਚ ਜਿਹੜਾ ਗ੍ਰੀਨ ਰਿਵੋਲੂਸ਼ਨ ਆਇਆ ਉਹ ਆਇਆ ਮਿਡ ਆਪਣੇ 60ਵੇਂ ਦਹਾਕੇ ਦੇ ਵਿੱਚ, 6ਵੇਂ ਦਹਾਕੇ 'ਚ ਸਦੀ, ਠੀਕ ਹੈ ਜੀ, 1965-66 ਦੇ ਵਿੱਚ। ਉਹ ਤੋਂ ਪਹਿਲਾਂ ਇੰਡੀਆ ਦੀ ਪਾਪੂਲੇਸ਼ਨ 40-42 ਕਰੋੜ ਪਾਪੂਲੇਸ਼ਨ ਸੀ ਜੀ ਉਦੋਂ, 1947 ਤੋਂ ਔਨਵਰਡਸ। ਤੇ ਸਾਡੇ ਕੋਲ ਖੇਤੀਬਾੜੀ ਕੋਈ ਜ਼ਿਆਦਾ ਵਧੀਆ ਤਰੀਕੇ ਨਾਲ ਨਹੀਂ ਸੀ ਹੋ ਸਕਦੀ, ਤੇ ਸਾਨੂੰ ਹਰ ਸਾਲ ਅਨਾਜ ਬਾਹਰੋਂ ਮੰਗਵਾਉਣਾ ਪੈਂਦਾ ਸੀ ਜੀ। ਉਹ ਬਾਹਰੋਂ ਅਨਾਜ ਆਉਂਦਾ ਸੀ, ਕਣਕ ਖਾਸ ਕਰਕੇ ਅਮਰੀਕਾ ਤੋਂ ਇੰਪੋਰਟ ਕਰਾਈ ਜਾਂਦੀ ਸੀ। ਤੇ ਜਿਹੜੇ ਵਿੱਚ ਸੀਗੇ ਨਾ ਜਮਾਖੋਰ ਟ੍ਰੇਡਰ ਲੌਬੀ ਹੈ ਜਿਹੜੀ, ਇਹ ਮੀਨਸ ਬੜਾ ਉਹਦੇ ਵਿੱਚ ਕੀ ਬਲੈਕ ਮਾਰਕੀਟਿੰਗ ਕਰਦੀ ਸੀ ਜੀ ਇਹਦੀ। ਇਹਨੂੰ ਰੋਕਣ ਵਾਸਤੇ ਐਕਟ ਉਦੋਂ ਬਣਾਇਆ ਗਿਆ ਸੀਗਾ ਵੀ ਤੁਸੀਂ ਇਸ ਤੋਂ ਵੱਧ ਸਟਾਕ ਨਹੀਂ ਰੱਖ ਸਕਦੇ। ਹੁਣ ਉਹ ਕਰਦੇ ਕਰਦੇ ਤੇ ਆਲ ਆਫ ਏ ਸਡਨ 1955 ਤੋਂ ਬਾਅਦ ਤੁਸੀਂ ਆ ਦੇਖ ਲਓ, 45 ਸਾਲ ਉਹ 20 ਸਾਲ, 75 ਸਾਲਾਂ ਬਾਅਦ ਉਹ ਐਕਟ ਦੇ ਵਿੱਚ ਅਮੈਂਡਮੈਂਟ ਹੁੰਦੀ ਹੈ। ਤੇ ਕੀ ਹੁੰਦੀ ਹੈ ਅਮੈਂਡਮੈਂਟ? ਐਸੈਂਸ਼ੀਅਲ ਕਮੋਡਿਟੀ ਐਕਟ ਬਣ ਗਿਆ। ਹੁਣ ਇਹ ਐਕਟ ਦਾ ਕੀ ਮਤਲਬ, ਇਹਨਾਂ ਨੇ, ਸਰਕਾਰ ਨੇ ਕੀ ਬਣਾਤਾ ਵੀ ਜਿਹੜੀਆਂ ਇਹਨਾਂ ਨੇ ਇਹ ਕਮੋਡਿਟੀ ਬਣਾਤੀਆਂ ਐਸੈਂਸ਼ੀਅਲ, ਉਹ ਉਸ ਕਮੋਡਿਟੀ ਦੇ ਉੱਤੇ ਸਰਕਾਰ ਦਾ ਉਹਨੇ ਡੀਰੈਗੂਲੇਟ ਕਰਤੀਆਂ ਬੇਸਿਕਲੀ ਸਰਕਾਰ ਨੇ, ਜਿੰਨੀਆਂ ਐਸੈਂਸ਼ੀਅਲ ਕਮੋਡਿਟੀ ਨੇ। ਇਹਨਾਂ ਨੇ ਐਸੈਂਸ਼ੀਅਲ ਕਮੋਡਿਟੀ ਪਹਿਲਾਂ ਡਿਫਾਈਨ ਨਹੀਂ ਸੀਗੀ ਜੀ 1955 ਵਾਲੇ ਐਕਟ ਦੇ ਵਿੱਚ, ਵੀ ਕਿਹੜੀ ਚੀਜ਼, ਕਿਹੜੀ ਹੈਗੀ ਆ ਆਪਣੇ ਕਮੋਡਿਟੀ ਐਸੈਂਸ਼ੀਅਲ ਹੈਗੀ, ਇਹਨਾਂ ਨੇ ਡਿਫਾਈਨ ਕਰਤੀਆਂ। ਕੁਝ ਫਸਲਾਂ ਸਾਰੀਆਂ ਆ ਜਾਂਦੀਆਂ ਜਿਹੜੀਆਂ ਮੇਨ ਫਸਲਾਂ ਨੇ ਜੀ, ਕਣਕ, ਚੌਲ, ਤੁਹਾਡਾ ਫਿਰ ਤੁਹਾਡੀਆਂ ਸਬਜ਼ੀਆਂ ਹੋ ਗਈਆਂ ਜੀ, ਪਿਆਜ਼, ਟਮਾਟਰ, ਆਲੂ, ਇਹ ਸਾਰੀਆਂ ਇਹਨਾਂ ਨੇ ਰੈਗੂਲੇਟ ਕਰਤੀਆਂ ਜੀ। ਹੁਣ ਸੌਰੀ, ਡੀਰੈਗੂਲੇਟ ਕਰਤੀਆਂ। ਮੀਨਸ ਜਿੰਨਾ ਮਰਜ਼ੀ ਕੋਈ ਸਟਾਕ ਰੱਖੇ ਜੀ ਇਹਦਾ, ਜਿੰਨੀ ਮਰਜ਼ੀ ਇਹਦੀ ਪ੍ਰੋਡਕਸ਼ਨ ਹੋਵੇ, ਘੱਟ ਹੋਵੇ, ਵੱਧ ਹੋਵੇ, ਇਹਦਾ ਜਿਹੜਾ ਤੁਹਾਡੀ ਟਰਾਂਸਪੋਰਟੇਸ਼ਨ, ਡਿਸਟ੍ਰੀਬਿਊਸ਼ਨ ਜਿਹੜਾ ਵੀ ਹੈਗਾ ਉਹ ਡੀਰੈਗੂਲੇਟ ਕਰਤਾ, ਜਿਵੇਂ ਮਰਜ਼ੀ ਕਰੋ। ਠੀਕ ਹੈ ਜੀ। ਮਤਲਬ ਬਲੈਕ ਮਾਰਕੀਟਿੰਗ ਨੂੰ ਪੂਰੀ ਖੁੱਲ ਛੁੱਟ ਦੇਤੀ ਜੀ, ਬਲੈਕ ਮਾਰਕੀਟਿੰਗ ਨੂੰ ਜਿਹੜਾ ਇਹਨਾਂ ਨੇ ਵਾਈਟ ਕਰਤਾ ਇੱਕ ਤਰੀਕੇ ਨਾਲ। ਇਹ ਮੈਂ ਅੱਗੇ ਆ ਕੇ ਤੁਹਾਨੂੰ ਦੱਸਦਾ ਕਿੱਦਾਂ ਕੀਤੀ ਜੀ ਇਹਨਾਂ ਨੇ, ਬੜੀ ਚਲਾਕੀ ਨਾਲ। ਤੇ ਕੁਝ ਇੱਕ ਕੰਡੀਸ਼ਨਸ ਰੱਖ ਲਈਆਂ ਵੀ ਸਿਰਫ ਅਗਰ ਇਹ ਹਾਲਾਤ ਬਣਦੇ ਨੇ ਤਦੇ ਗਵਰਨਮੈਂਟ ਯਾਨੀ ਟ੍ਰਿਗਰ ਕਰੂਗੀ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ। ਜਿਵੇਂ ਕੋਈ ਵਾਰ ਲੱਗੀ ਹੋਈ ਹੈ, ਜਾਂ ਕੋਈ ਅਕਾਲ ਪੈ ਗਿਆ, ਸੋਕਾ ਪੈ ਗਿਆ, ਕੋਈ ਨੈਚੁਰਲ ਡਿਜ਼ਾਸਟਰ ਹੋ ਗਿਆ, ਕੋਈ ਹੜ੍ਹ ਆ ਗਏ, ਜਾਂ ਆਪਣੇ ਅਨਐਕਸਪੈਕਟਡਲੀ ਕਿਸੇ ਵੀ ਕਮੋਡਿਟੀ ਦੀ ਜਿਹੜੀ ਐਸੈਂਸ਼ੀਅਲ ਕਮੋਡਿਟੀ ਆ ਗਈ, ਉਸੇ ਕਿਸੇ ਕਮੋਡਿਟੀ ਦਾ ਭਾਅ ਅਨਐਕਸਪੈਕਟਡਲੀ ਵੱਧ ਗਿਆ ਜੀ ਰੇਟ ਰਿਟੇਲ ਮਾਰਕੀਟ ਦੇ ਵਿੱਚ। ਫਿਰ ਆਪਾਂ ਪਿਆਜ਼ਾਂ ਦੀ ਐਗਜ਼ਾਮਪਲ ਲਾ ਲੈਂਦੇ ਹਾਂ। ਫਰਜ਼ ਕਰੋ ਪਿਆਜ਼, ਹੁਣ ਮੈਂ ਪ੍ਰੋਗਰਾਮ ਕੀਤਾ ਸੀ ਐਸੇ ਹਫਤੇ, ਪਿਆਜ਼ 35 ਰੁਪਏ ਕਿਲੋ ਵਿਕ ਰਿਹਾ ਜੀ ਰਿਟੇਲ ਰੇਹੜੀ ਦੇ ਉੱਤੇ। ਠੀਕ ਹੈ ਜੀ। ਫਰਜ਼ ਕਰੋ ਅੱਜ ਹੈਗੀ ਆ ਸਤੰਬਰ 25 ਸਤੰਬਰ ਨੂੰ ਪਿਆਜ਼ 35 ਰੁਪਏ ਕਿਲੋ ਵਿਕ ਰਿਹਾ ਆ, ਤੇ 5 ਅਕਤੂਬਰ ਨੂੰ ਪਿਆਜ਼ ਵੱਧ ਕੇ 50 ਰੁਪਏ ਕਿਲੋ ਹੋ ਗਿਆ ਜੀ ਰਿਟੇਲ ਰੇਹੜੀ ਦੇ ਉੱਤੇ, ਜਿਹੜੇ ਆਮ ਆਪਾਂ ਘਰ ਲੈ ਕੇ ਜਾਂਦੇ ਆ ਜੀ ਪਲਾਸਟਿਕ ਬੈਗਾਂ 'ਚ ਪਾ ਕੇ। 5 ਅਕਤੂਬਰ ਨੂੰ ਹੋ ਗਿਆ ਇਹ ਆਪਣੇ 35 ਤੋਂ 50, 15 ਅਕਤੂਬਰ ਨੂੰ ਹੋ ਗਿਆ 50 ਤੋਂ 60, ਤੇ ਹਾਹਾਕਾਰ ਮਚਣੀ ਸ਼ੁਰੂ ਹੋ ਜਾਣੀ ਆ ਵੀ ਪਿਆਜ਼ ਬਹੁਤ ਮਹਿੰਗਾ ਹੋ ਗਿਆ ਜੀ, ਮਹਿੰਗਾ ਹੋ ਗਿਆ ਜੀ, ਅਖਬਾਰਾਂ 'ਚ ਖਬਰਾਂ ਲੱਗਦੀਆਂ ਨੇ। ਤੇ ਹੁਣ ਸਰਕਾਰ ਨੇ ਜਿਹੜਾ ਨਵਾਂ ਕਾਨੂੰਨ ਬਣ ਗਿਆ, ਸਰਕਾਰ ਨੇ ਕਦੋਂ ਟ੍ਰਿਗਰ ਹੋਣਾ, ਕਦੋਂ ਕਿਕ ਇਨ ਹੋਣਾ ਸਰਕਾਰ ਨੇ, ਉਹਨੇ ਦੇਖਣਾ ਵੀ ਪਿਛਲੇ ਸਾਲ ਅਕਤੂਬਰ ਮਹੀਨੇ ਦਾ ਜਿਹੜਾ ਪਿਆਜ਼ ਦਾ ਐਵਰੇਜ ਪ੍ਰਾਈਸ ਸੀਗਾ ਰਿਟੇਲ, ਉਹ ਕਿੰਨਾ ਸੀਗਾ ਪਿਛਲੇ ਸਾਲ ਤੇ ਜਾਣਾ ਉਹਨੇ, ਜਾਂ ਪਿਛਲੇ 5 ਸਾਲਾਂ ਦਾ ਐਵਰੇਜ। ਆਪਾਂ ਪਿਛਲੇ ਸਾਲ ਵਾਲੀ ਐਗਜ਼ਾਮਪਲ ਲਾ ਲਈਏ, 5 ਸਾਲ ਤਾਂ ਬਹੁਤ ਲੰਮਾ ਚੌੜਾ ਹੋ ਜਾਂਦਾ। ਹੁਣ ਫਰਜ਼ ਕਰੋ ਪਿਆਜ਼ 15 ਅਕਤੂਬਰ ਨੂੰ ਪਿਆਜ਼ 60 ਰੁਪਏ ਕਿਲੋ ਹੋ ਗਿਆ। ਹੁਣ ਸਰਕਾਰ ਨੇ ਜਾਣਾ ਪਿਛਲੇ ਸਾਲ ਅਕਤੂਬਰ ਦੇ ਵਿੱਚ 15 ਤਰੀਕ ਨੂੰ ਪਿਆਜ਼ ਦਾ ਕੀ ਭਾਅ ਸੀਗਾ ਰਿਟੇਲ ਦੇ ਵਿੱਚ। ਅਗਰ ਅੱਜ 60 ਆ ਤੇ ਉਦੋਂ ਅਗਰ 30 ਸੀਗਾ, ਅਗਰ ਪਿਛਲੇ ਸਾਲ 30 ਸੀਗਾ ਰੇਟ, ਅੱਜ 60 ਹੋ ਗਿਆ, ਮੀਨਸ 100% ਵੱਧ ਗਿਆ। ਸਰਕਾਰ ਨੇ ਉਦੋਂ ਛਾਪੇ ਮਾਰਨੇ ਸ਼ੁਰੂ ਕਰਨੇ ਨੇ, ਉਦੋਂ ਐਕਸ਼ਨ ਚ ਆਉਣਾ ਆ, ਇੰਪੋਰਟ ਕਰੇ ਸਰਕਾਰ ਵੀ ਪਿਆਜ਼ ਘਟ ਗਿਆ ਜਾਂ ਕੁਝ ਕਰੇ। ਅਗਰ ਪਿਛਲੇ ਸਾਲ ਅਗਰ 59 ਵੀ ਹੋ ਗਿਆ ਤਾਂ ਉਹਨੇ ਕੁਝ ਨਹੀਂ ਕਰਨਾ, ਉਹਨੇ ਕੁਝ ਨਹੀਂ ਕਰਨਾ, ਜਾਂ ਅਗਰ 59 ਵੀ ਹੋ ਗਿਆ ਤਾਂ ਉਹਨੇ ਕੁਝ ਨਹੀਂ ਕਰਨਾ। ਇਹਦੇ ਚ ਆ ਜਿਹੜੇ ਜਮਾਖੋਰ ਨੇ, ਟ੍ਰੇਡਰ ਨੇ, ਇਹਨਾਂ ਨੂੰ ਫ੍ਰੀ ਹੈਂਡ ਮਿਲ ਗਿਆ ਜੀ। ਇਹਨਾਂ ਨੂੰ ਪਤਾ ਆ, ਇਹਨਾਂ ਨੂੰ ਪਿਛਲੇ ਸਾਲ ਦਾ ਇਹਨਾਂ ਨੇ ਰੇਟ ਆਪਣਾ ਨੋਟ ਕਰਕੇ ਰੱਖਣੇ ਨੇ।
ਪਿਛਲੇ ਸਾਲ ਭਾਅ ਸੀਗਾ 35 ਤੇ ਤੁਸੀਂ ਹੁਣ ਵੀ ਚੱਲ ਰਿਹਾ 35, ਤੁਸੀਂ ਬਿਨਾਂ ਕਿਸੇ ਵਜ੍ਹਾ ਤੋਂ 50 ਕਰ ਦਿਓ, 60 ਕਰ ਦਿਓ, 65 ਕਰ ਦਿਓ, 70 ਨਹੀਂ ਕਰਨਾ। 70 ਨਹੀਂ ਕਰਨਾ। ਹਾਂਜੀ, ਇਹ ਕੀ ਨੌਨਸੈਂਸ ਕਾਨੂੰਨ ਆ, ਤੇ ਸਾਰਾ ਹਿੰਦੁਸਤਾਨ ਬਾਹਰ ਆਉਣਾ ਚਾਹੀਦਾ ਸੀ ਇੱਥੇ ਜੀ। ਬਿਲਕੁਲ ਇਕੱਲੇ ਤੇ ਇਹਦੇ ਬਾਰੇ ਗੱਲਬਾਤ ਘੱਟ ਹੋਈ ਹੈ ਜੀ ਇਹਨਾਂ ਚੀਜ਼ਾਂ ਬਾਰੇ। ਬਿਲਕੁਲ ਨਹੀਂ, ਤੁਸੀਂ ਬਹੁਤ ਹੀ ਬੜੇ ਸੁਚੱਜੇ ਅੱਖਰਾਂ ਇਹਦੇ ਵਿੱਚ ਔਰ ਬੜੇ ਛੋਟੇ ਅੱਖਰਾਂ ਦੇ ਵਿੱਚ ਤੁਸੀਂ ਏਦਾਂ ਕਹੀ ਕਿ ਆਪਾਂ ਤੁਸੀਂ ਗਾਗਰ ਦੇ ਵਿੱਚ ਸਾਗਰ ਭਰਤਾ ਵੇ, ਗੱਲ ਨੂੰ ਸਮਝਾਤਾ ਵੇ, ਇੱਕ ਇੱਕ ਗੱਲ ਖੋਲ ਕੇ ਰੱਖਤੀ ਹੈ। ਲੀਡਰਾਂ ਦੀ ਵੀ ਗੱਲ ਤੁਸੀਂ ਕੀਤੀ ਹੈ, ਆਪਣੇ ਜਿਹੜੇ ਨਾਇਕ ਬਣੇ ਨੇ ਉਹਨਾਂ ਦੀ ਵੀ ਗੱਲ ਕੀਤੀ ਹੈ, ਔਰ ਤਿੰਨਾਂ ਕਾਨੂੰਨਾਂ ਦੇ ਵਿੱਚ ਕੀ ਕੀ ਕਮੀਆਂ ਨੇ ਔਰ ਕਿਹੜਾ ਕਿਹੜਾ ਲਾਲਚ ਦੇ ਕੇ ਉਹ ਤੁਹਾਨੂੰ ਇਸ ਟਰੈਪ ਦੇ ਵਿੱਚ ਫਸਾ ਰਹੇ ਨੇ। ਨਾ ਕਿ ਸਿਰਫ ਕਿਸਾਨ, ਇੱਕ ਆਮ ਇਨਸਾਨ ਵੀ ਅਗਰ ਨਹੀਂ ਜਾਗਿਆ, ਨਹੀਂ ਉਹਨੇ ਹੋਸ਼ ਸੰਭਾਲਿਆ ਤਾਂ ਉਹ ਵੀ ਇਸ ਦੇ ਵਿੱਚ ਰਗੜਿਆ ਜਾਏਗਾ, ਇਸ ਗੰਦੀ ਜਿਹੜੀ ਚਾਲ ਹੈ ਸਰਕਾਰਾਂ ਦੀ। ਸੋ ਉਮੀਦ ਹੈ ਰਾਣਾ ਭਾਜੀ ਜਿਹੜੀ ਤੁਹਾਡੇ ਵਿਚਾਰ ਸਨ ਉਹਨਾਂ ਨਾਲ ਕੁਝ ਕੁ ਇਨਕਲਾਬ ਤਾਂ ਉੱਠੇਗਾ, ਕੁਝ ਕੁ ਜਿਹੜੇ ਸਾਡਾ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਕਿਤੇ ਨਾ ਕਿਤੇ ਜਾ ਕੇ ਥੋੜਾ ਜਿਹਾ ਸਫਲ ਹੋ ਜਾਏਗਾ। ਸਾਡੀ ਸਫਲਤਾ ਇਹ ਨਹੀਂ ਕਿ ਸਾਨੂੰ ਦੇਖ ਕੇ ਮੇਰੇ ਨੇ, ਸਾਡੀ ਸਫਲਤਾ ਇਸ ਵਿੱਚ ਹੈ ਕਿ ਪ੍ਰੋਗਰਾਮ ਦੇਖ ਕੇ ਅਮਲ ਕਿੰਨਿਆਂ ਨੇ ਕਰਤਾ, ਕਿ ਉਹਨਾਂ ਨੂੰ ਲੱਗਿਆ ਕਿ ਇਹ ਪ੍ਰੋਗਰਾਮ ਕਰਨ ਦੇ ਨਾਲ ਜਾਂ ਦੇਖਣ ਦੇ ਨਾਲ ਉਹਨਾਂ ਦੀ ਜਿਹੜੀ ਨੌਲੇਜ ਸੀ ਜਿਹਨੂੰ ਕਿ ਸਰਕਾਰ ਨੇ ਬੰਨ ਪਾ ਕੇ ਰੱਖਿਆ ਸੀਗਾ ਉਹ ਖੁੱਲ ਕੇ ਅਗਰ ਉਹਨਾਂ ਦੇ ਸਾਹਮਣੇ ਆਈ ਹੈ ਤਾਂ ਉਹਨਾਂ ਨੂੰ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਨਿਤਰਨਾ ਚਾਹੀਦਾ ਵੇ। ਇਹ ਹੁਣ ਇੱਕ ਉਹ ਸਿਚੁਏਸ਼ਨ ਆ ਗਈ ਹੈ ਕਿ ਅਗਰ ਮੈਂ ਤੇਰਾ ਸਾਥ ਨਹੀਂ ਦਿੱਤਾ ਤਾਂ ਮੈਂ ਵੀ ਮਾਰਿਆ ਜਾਵਾਂਗਾ। ਇਹ ਨਹੀਂ ਕਿ ਤੇਰੇ ਘਰ ਅੱਗ ਲੱਗੀ ਹੈ ਤਾਂ ਉਹ 'ਚ ਮੇਰਾ ਕੀ ਜਾਂਦਾ ਵੇ। ਤੁਸੀਂ ਵੀਰ ਜੀ ਅਗਰ ਅਖੀਰ ਦੇ ਵਿੱਚ ਕੁਝ ਕਹਿਣਾ ਚਾਹੋ ਤੇ। ਮੈਂ ਦੇਖੋ, ਇੱਕ ਤਾਂ ਮੈਨੂੰ ਅਫਸੋਸ ਹੈ ਜੀ ਇਹਦੇ ਵਿੱਚ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਉੱਤੇ ਸਾਰੇ ਹਿੰਦੁਸਤਾਨ ਕਿਉਂ ਨਹੀਂ ਰਜਿਸਟ ਕੀਤਾ ਜੀ, ਯਾਨੀ ਸਾਰੇ ਪਾਸਿਓਂ ਪ੍ਰੋਟੈਸਟ ਹੋਣੇ ਚਾਹੀਦੇ ਸੀ ਜੀ, ਭਾਵੇਂ ਛੋਟੇ ਲੈਵਲ ਤੇ ਹੁੰਦੇ, ਚਲੋ ਕਿਸਾਨਾਂ ਨੇ ਤਾਂ ਬਹੁਤ ਵੱਡੇ ਲੈਵਲ ਤੇ ਕੀਤਾ। ਸਾਰੇ ਆਮ ਲੋਕਾਂ ਦੀ ਐਕਸਪਲੋਇਟੇਸ਼ਨ ਹੈ ਇਸ ਐਕਟ ਦੇ ਵਿੱਚ। ਇੱਕ ਤੇ ਦੂਜਾ ਮੈਂ ਇਹ ਕਹੂੰਗਾ ਵੀ ਜਿਹੜਾ ਪੰਜਾਬ ਦੇ ਕਿਸਾਨ ਨੇ, ਹਰਿਆਣੇ ਦੇ ਕਿਸਾਨ ਨੇ, ਜਿਨ੍ਹਾਂ ਵੀ ਸੂਬਿਆਂ 'ਚ ਮੰਡੀਆਂ ਨੇ ਉਹ ਚੱਲ ਰਹੀਆਂ ਨੇ, ਆਪਣੇ ਪੰਜਾਬ ਤੇ ਹਰਿਆਣੇ 'ਚ ਮੰਡੀ ਵਾਲਾ ਸਿਸਟਮ ਬਹੁਤ ਵਧੀਆ ਜੀ। ਤੇ ਬੇਨਤੀ ਕਰੂੰ ਕਿਸਾਨਾਂ ਨੂੰ ਵੀ ਤੁਸੀਂ ਕਣਕ ਝੋਨਾ ਜਿੰਨਾ ਤੁਹਾਨੂੰ ਮਰਜ਼ੀ ਲਾਲਚ ਦੇਣ ਟਰੇਡਰ, ਤੁਹਾਨੂੰ ਭਾਅ ਵੀ ਵੱਧ ਦੇਣਗੇ ਇਹ 150 ਰੁਪਏ ਕੁਇੰਟਲ ਪਿੱਛੇ, ਪਰ ਉਹਨਾਂ ਨੂੰ ਨਹੀਂ ਵੇਚਣੀ, ਕਣਕ ਝੋਨਾ ਲਿਜਾ ਕੇ ਮੰਡੀ 'ਚ ਹੀ ਵੇਚਣਾ ਹੈ। ਤੇ ਹਾਂ, ਅਗਰ ਕੋਈ ਤੁਹਾਨੂੰ ਹੋਰ ਫਸਲ ਦੇ ਵਾਸਤੇ ਕਹਿੰਦਾ ਵੀ ਮੂੰਗੀ ਲਾ ਲਾ ਤੂੰ, ਸਬਜ਼ੀਆਂ ਲਾ ਲਾ ਤੂੰ, ਕੋਈ ਗੋਭੀ ਲਾ ਲਾ, ਉਹਦਾ ਕੰਟਰੈਕਟ ਕਰਦਾ ਆ, ਪਿਆਜ਼ ਦਾ ਕੰਟਰੈਕਟ ਕਰਦਾ, ਟਮਾਟਰ ਬੜੀ ਵਧੀਆ ਫਸਲ ਹੈ ਪੰਜਾਬ 'ਚ ਹੁੰਦੀ, ਉਹ ਕੰਟਰੈਕਟ ਤੁਸੀਂ ਕਰੋ, ਉਹ ਕੰਟਰੈਕਟ ਕਰੋ ਤੇ ਬੀ ਕੇਅਰਫੁਲ ਜਦੋਂ ਕੰਟਰੈਕਟ ਕਰਨਾ ਆ ਤੇ ਡਿਸਪਿਊਟ ਨਾ ਹੋਵੇ। ਕਣਕ ਝੋਨਾ ਹਮੇਸ਼ਾ ਮੰਡੀ 'ਚ ਲਿਜਾ ਕੇ ਹੀ ਵੇਚਣਾ ਹੈ, ਜੋ ਮਰਜ਼ੀ ਹੋ ਜਾਵੇ। ਮੰਡੀ ਸਾਡੀ ਬਚਣੀ ਬਹੁਤ ਜ਼ਰੂਰੀ ਹੈ। ਬਹੁਤ ਬਹੁਤ ਸ਼ੁਕਰੀਆ ਰਾਣਾ ਸਾਹਿਬ, ਅਸੀਂ ਅੱਗੇ ਵੀ ਤੁਹਾਡੀਆਂ ਸੇਵਾਵਾਂ ਇਸੇ ਤਰੀਕੇ ਨਾਲ ਲੈਂਦੇ ਰਹਾਂਗੇ। ਹੁਣ ਤੁਸੀਂ ਸਾਡੇ ਨਾਲ ਜੁੜੇ ਹੋ ਔਰ ਅਸੀਂ ਉਮੀਦ ਕਰਦੇ ਹਾਂ ਕਿ ਫਿਊਚਰ ਦੇ ਵਿੱਚ ਸਾਡੇ ਨਾਲ ਜੁੜੇ ਰਹੋਗੇ ਔਰ ਇਸੇ ਤਰੀਕੇ ਨਾਲ ਅਸੀਂ ਮੋਢੇ ਨਾਲ ਮੋਢਾ ਰਲਾ ਕੇ ਆਪਣੇ ਕਿਸਾਨ ਭਰਾਵਾਂ ਦੀ, ਆਮ ਇਨਸਾਨ ਦੀ, ਜਾਂ ਜੋ ਵੀ ਜਿੱਥੇ ਵੀ ਬੈਠਾ ਹੋਵੇ, ਜਿੱਥੇ ਵੀ ਕਿਸੇ ਨਾਲ ਵੀ ਧੱਕਾ ਹੋ ਰਿਹਾ ਹੋਵੇ, ਅਸੀਂ ਘੱਟੋ ਘੱਟ ਖੜ ਕੇ ਆਵਾਜ਼ ਚੁੱਕ ਸਕੀਏ। ਇਹੀ ਸਾਡੀ ਕੋਸ਼ਿਸ਼ ਹੈ, ਇਹੀ ਸਾਡੀ ਮਨਸ਼ਾ ਹੈ। ਮੈਂ ਅਵੇਲੇਬਲ ਹਾਂ ਜੀ, ਜਿਹੜੇ ਲੋਕ ਮੁੱਦਿਆਂ ਦੇ ਉੱਤੇ ਮੇਰੀ ਮੇਨ ਸਟੱਡੀ ਵੀ ਹੈਗੀ ਥੋੜੀ ਬਹੁਤ, ਤੇ ਆਈ ਐਮ ਆਲਵੇਜ਼ ਵਿਲਿੰਗ ਟੂ ਮੀਨਸ ਟਾਕ ਟੂ ਯੂ ਤੇ ਔਨ ਜਿਹੜਾ ਲਾਈਵ ਵੀ ਆਪਾਂ ਬ੍ਰੌਡਕਾਸਟ ਕਰਦੇ ਹਾਂ ਤੇ ਬਿਲਕੁਲ ਜੀ ਆਪਾਂ ਕਰਾਂਗੇ ਇਨ ਫਿਊਚਰ ਪ੍ਰੋਗਰਾਮ ਜੀ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੈਗਾ। ਅਗਰ ਤੁਹਾਡਾ ਕੋਈ ਕੁਐਸਚਨ ਹੈ ਤੁਸੀਂ ਸਾਨੂੰ ਇਨਬਾਕਸ ਕਰ ਸਕਦੇ ਹੋ, ਤੁਹਾਨੂੰ ਈਮੇਲ ਕਰ ਸਕਦੇ ਹੋ। ਤੁਹਾਡਾ ਕੋਈ ਵੀ ਕੁਐਸਚਨ ਹੈਗਾ ਅਸੀਂ ਰਾਣਾ ਸਾਹਿਬ ਨੂੰ ਅਸੀਂ ਉਸ ਦਾ ਜਵਾਬ ਲੈਣ ਦੀ ਉਹਨਾਂ ਕੋਲ ਜ਼ਰੂਰ ਕੋਸ਼ਿਸ਼ ਕਰਾਂਗੇ ਔਰ ਤੁਹਾਡੇ ਤੱਕ ਜ਼ਰੂਰ ਉਹਨੂੰ ਪਹੁੰਚਾਵਾਂਗੇ। ਮੇਰੀ ਇੱਕ ਬੇਨਤੀ ਹੈ ਜੀ, ਸਾਹਿਬ ਨਾ ਬਸ ਤੁਸੀਂ ਰਾਣਾ ਜੀ ਕਹਿ ਲਓ, ਕੁਝ ਕਹਿ ਲਓ, ਸਾਹਿਬ ਇਹ ਤੁਹਾਡਾ ਵਡੱਪਨ ਹੈ। ਤੇ ਠੀਕ ਹੈ ਰਾਣਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਜਿਹੜੇ ਸਾਡੇ ਨਾਲ ਜੁੜੇ ਸਨ। ਤੇ ਅੱਗੋਂ ਵੀ ਅਸੀਂ ਤੁਹਾਡੇ ਨਾਲ ਛੇਤੀ ਇਹਨਾਂ ਵਿਸ਼ਿਆਂ ਤੇ, ਇਸੇ ਤਰੀਕੇ ਦੇ ਵਿਸ਼ੇ ਤੇ ਜ਼ਰੂਰ ਜੁੜਦੇ ਰਹਾਂਗੇ। ਤਦ ਤੱਕ ਲਈ ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ।